औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। सजनों तो मित्रों ਤੁਹਾਨੂੰ सैयद जवाद अहमद ਦਾ ਮੋਦਮਾਨਾ ਸਲਾਮ। ਸਜਣੋ ਤੇ ਮਿੱਤਰੋ, ਤੁਸੀਂ ਮੈਨੂੰ ਪਹਿਲੇ ਫਿਲਮਾਂ ਤੇ ਸਿਆਸਤ ਤੇ ਕੋਈ ਹੋਰ ਇਹੋ ਜਿਹੀ ਤਫਰੀਹੀ ਸ਼ੈਵਾਂ ਤੇ ਗੱਲਬਾਤ ਕਰਦੇ ਵੇਖਿਆ। ਅਸੀਂ ਹੱਸੇ, ਅਸੀਂ ਖੁਸ਼ ਹੋਏ, ਸਾਡੇ ਮਨ ਜਿਹੜੇ ਨੇ ਉਹ ਜਾਗੇ। ਅੱਜ ਰੋਣ ਨੂੰ ਦਿਲ ਕਰ ਰਿਹਾ ਹੈ। ਕਦੇ ਕਦੇ ਹਯਾਤੀ 'ਚ ਰੋਣਾ ਵੀ ਚਾਹੀਦਾ ਹੈ, ਉਹ ਜ਼ਰੂਰੀ ਹੁੰਦਾ ਹੈ। ਤੇ ਰੋਣਾ ਜੇ ਆਪਣੇ ਆਪ ਤੇ ਹੋਏ, ਆਪਣੇ ਅਮਲਾਂ ਤੇ ਹੋਏ, ਆਪਣੇ ਦਿਲਾਂ ਤੇ ਹੋਏ, ਤੇ ਉਹ ਰੋਣਾ ਜਿਹੜਾ ਹੈ ਉਹ ਵੀ ਤੁਹਾਡਾ ਖੁਸ਼ੀ ਬਣ ਜਾਂਦਾ ਹੈ। ਜੀ ਮੈਂ ਤੁਹਾਡੇ ਨਾਲ ਮੁਖਾਤਿਬ ਹਾਂ। ਮਾਂ ਬੋਲੀ, ਮਾਂ ਧਰਤੀ, ਉਹਦੀ ਜਿਸ ਤਰ੍ਹਾਂ ਤੁਸੀਂ ਬਿਸਤੀ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਉਹਨੂੰ ਉਸ ਮਾਂ ਬੋਲੀ ਨੂੰ ਉਹਦੀ ਮਾਂ ਦੇ ਦੇਸ਼ ਤੋਂ ਕੱਢਦਾ ਹੈ, ਅੱਜ ਉਹਦਾ ਨੁਹਾਰ ਹੋਣਾ ਹੈ, ਅੱਜ ਉਹਦੀ ਗੱਲ ਕਰਨੀ ਹੈ। ਇਹ ਸਭ ਕੁਝ ਕਿੰਜ ਹੋਇਆ, ਕਿਉਂ ਹੋਇਆ, ਅਸੀਂ ਕਿਉਂ ਇਸ ਤਰ੍ਹਾਂ ਦੇ ਹੋ ਗਏ, ਅਸੀਂ ਕਿਉਂ ਪੰਜਾਬੀ ਨਹੀਂ ਰਹੇ। ਤੇ ਇਹ ਅਸੀਂ ਤੇ ਕੌਣ ਆ ਇਸ 'ਤੇ ਗੱਲਬਾਤ ਕਰਨ ਲਈ, ਸੋਚ ਵਿਚਾਰ ਕਰਨ ਲਈ ਅਸੀਂ ਅੱਜ ਇੱਕ ਬਹੁਤ ਉਚੀਚੇ ਮਹਿਮਾਨ ਇਸ ਮਕਸਦ ਲਈ ਬੁਲਾਏ ਨੇ। ਉਹ ਬਹੁਤ ਵੱਡੇ ਮੁਹੱਕਿਕ ਨੇ, ਲੇਖਕ ਨੇ, ਸ਼ਾਇਰ ਨੇ, ਦਰਵੇਸ਼ ਨੇ, ਤੇ ਸਭ ਤੋਂ ਵੱਡੀ ਗੱਲ ਇੱਕ ਦਰਦਮੰਦ ਇਨਸਾਨ ਨੇ ਤੇ ਇਸ ਧਰਤੀ ਦੇ ਬੇਟੇ ਨੇ। ਉਹਨਾਂ ਦਾ ਬਹੁਤ ਲੰਮਾ ਚੌੜਾ ਤਾਰੁਫ ਹੈ। ਮੈਂ ਥੋੜ੍ਹਾ ਜਿਹਾ ਤਾਰੁਫ ਉਹਨਾਂ ਦਾ ਕਰਾ ਦਿੰਦਾ ਤੁਹਾਨੂੰ ਕਿ ਉਹਨਾਂ ਦੀ ਅੱਛਾ, ਉਹ ਇੱਕ ਤਾਂ ਪਹਿਲੀ ਗੱਲ ਹੈ ਕਿ ਉਹ ਲੇਖਕ ਤਿੰਨੋਂ ਜ਼ੁਬਾਨਾਂ 'ਤੇ ਨੇ। ਉਹ ਅੰਗਰੇਜ਼ੀ ਦੇ ਵੀ ਲੇਖਕ ਨੇ, ਉਰਦੂ ਦੇ ਵੀ ਨੇ, ਉਹ ਪੰਜਾਬੀ ਦੇ ਵੀ ਨੇ। ਲੇਕਿਨ ਉਹਨਾਂ ਦਾ ਫਖਰ, ਉਹਨਾਂ ਦਾ ਮਾਣ ਪੰਜਾਬੀ ਹੈ। ਪੰਜਾਬੀ 'ਚ ਉਹਨਾਂ ਦਾ ਨੋਵਲਟ ਇੱਕ ਕੌਣ, ਉਹ ਦੁਨੀਆ 'ਚ ਤਹਿਲਕਾ ਮਚਾ ਚੁੱਕਿਆ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਕੈਨੇਡਾ ਦਾ ਸ਼ਹਿਰ ਹੈ, ਉਹਦੇ 'ਚ ਉਹ ਯੂਨੀਵਰਸਿਟੀ ਹੈ। ਉਹਦੇ 'ਚ ਸ਼ਾਹਮੁਖੀ ਜਿਹੜਾ ਰਸਮੁਲ ਖਤ, ਜਿਹੜਾ ਸਾਡਾ ਰਸਮੁਲ ਖਤ ਹੈ, ਉਹਦੇ 'ਚ ਉਹਨੂੰ ਸ਼ਾਰਟਲਿਸਟ ਕੀਤਾ ਗਿਆ। ਇਹਦਾ ਮਤਲਬ ਹੈ ਕਿ ਉਹ ਜਿੱਤ ਗਿਆ ਸੀ। ਗੁਰਮੁਖੀ ਦੇ ਇਲਾਵਾ ਸ਼ਾਹਮੁਖੀ ਤੇ ਉਹਨਾਂ ਨੂੰ ਕੈਨੇਡਾ ਬੁਲਾਇਆ ਗਿਆ ਤੇ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਉਹਦੇ 'ਤੇ $10,000 ਨਕਦ ਇਨਾਮ ਦੇ ਨਾਲ। ਉਸ ਕੌਣ ਨੇ ਸਾਡੀ ਕੌਣ ਜਿਹੜੀ ਹੈ ਜਗਾਤੀ ਸੀ ਕਿ ਅਸੀਂ ਕੌਣ ਆ। ਉਹ ਇੱਕ ਅਲਮੀਆ ਹੈ, ਉਹ ਇੱਕ ਤਾਰੀਖ ਦਾ ਇੱਕ ਧਾਰਾ ਹੈ, ਉਹ ਇੱਕ ਵਕਤ ਦੀ ਕਥਾ ਹੈ। ਉਹਨੂੰ ਮਸੂਦ ਖਦਰਪੋਸ਼ ਜਿਹੜਾ ਅਵਾਰਡ ਹੈ ਉਹਦੇ 'ਚ ਸੈਕਿੰਡ ਪ੍ਰਾਈਜ਼ ਮਿਲਿਆ। ਇਹ ਜਿਹੜੀ ਮੈਂ ਗੱਲ ਕਰ ਰਹੀ ਸੀ 2019 'ਚ, ਪਿਛਲੇ ਸਾਲ ਹੀ ਹੋਇਆ। ਡਾਹਾਂ ਉਸ ਅਵਾਰਡ ਦਾ ਨਾਂ ਸੀ। ਸ਼ਫਕਤ ਤਨਵੀਰ ਮਿਰਜ਼ਾ ਅਵਾਰਡ ਪਿਲਾਕ, ਉਹਨਾਂ ਨੇ ਵੀ ਸੈਕਿੰਡ ਇਨਾਮ ਦਾ ਉਹਨੂੰ ਹੱਕਦਾਰ ਠਹਿਰਾਇਆ। 2011 'ਚ ਵਰਲਡ ਪੰਜਾਬੀ ਫੋਰਮ ਗੁਜਰਾਂਵਾਲਾ, ਉਹਨਾਂ ਨੇ ਵੀ ਇਹਨੂੰ ਇਨਾਮ ਦਾ ਹੱਕਦਾਰ ਠਹਿਰਾਇਆ। ਕਈ BS ਦੇ ਤੁਲਬਾ ਤਾਲਬਾਤ ਜਿਹੜੇ ਨੇ ਉਹ ਉਸ 'ਤੇ ਆਪਣਾ ਥੀਸਿਸ ਕਰ ਰਹੇ ਨੇ। ਅਤੇ ਇੱਕ ਤਾਲਬ ਇਲਮ ਨੇ ਜਿਹੜੇ ਡਾਕਟਰੇਟ ਦਾ ਆਪਣਾ ਥੀਸਿਸ ਹੈ ਉਹਦੇ 'ਚ ਵੀ ਉਹਨੂੰ ਕਾਫੀ ਹੱਦ ਤੱਕ ਜਿਹੜਾ ਹੈ ਨਾ ਉਹਦੀ ਗੱਲਬਾਤ ਕਰ ਰਹੇ ਨੇ। ਅਤੇ ਕੌਣ ਜਿਹੜਾ ਹੈ ਉਹ ਤੇ ਇਹਨਾਂ ਦੀ ਪਹਿਚਾਣ ਹੈ। ਉਹਦੇ ਇਲਾਵਾ ਇਹਨਾਂ ਦੀ 12 ਕਿਤਾਬਾਂ ਨੇ ਅਤੇ ਜ਼ਿਆਦਾ ਪੰਜਾਬੀ 'ਚ ਨੇ। ਚूँकि मुहक्किक ने इसलिए उर्दू च भी इतिहासिक लाहौर की एक बड़ी ज़ख़ीम जिल्द लिख चुके ने। पूरे लाहौर के जिन्ने पुराने बंदे सन, जिहड़ी हस्तियां सन, उन्हां दा पूरा ज़बरदस्त तारीखी जिक्र है। उहदी दूसरी जिल्द भी अजे आ रही है जिहदे पूरे लाहौर का जिक्र करेंगे। लाहौर दी वार पंजाबी च लिख चुके हैं। कान वागे बॉर्डर, बस इन्हां दी शॉर्ट स्टोरीज़ ने। नॉवल एक होर है वे समय वे, रेख है वे, नैन परान। ਇਹ ਨੈਨ ਪਰਾਨ ਨਾਂ ਕੀ ਹੈ ਅਸੀਂ ਆਪ ਹੀ ਉਹਨਾਂ ਕੋਲ ਪੁੱਛਾਂਗੇ। ਤੇ ਸਜਣੋ ਤੇ ਮਿੱਤਰੋ, ਇਸਤਕਬਾਲ ਕਰਨਾ ਸਾਡੇ ਨਾਲ ਨੇ ਮੌਜੂਦ ਅੱਜ ਦੇ ਉਚੀਚੇ ਮਹਿਮਾਨ ਜਨਾਬ ਮੁਦੱਸਰ ਬਸ਼ੀਰ ਸਾਹਿਬ। ਮੁਦੱਸਰ ਸਾਹਿਬ, ਕੈਸੇ ਹੋ ਤੁਸੀਂ? ਮੈਂ ਬਿਲਕੁਲ ਠੀਕ ਠਾਕ। ਤੁਸੀਂ ਸਾਡੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਜੀ। ਬੜੀ ਮਿਹਰਬਾਨੀ ਜੀ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਇੰਨਾ ਕੰਮ ਕੀਤਾ ਹੈ ਪੰਜਾਬੀ 'ਚ, ਤੇ ਉਸ ਵੇਲੇ ਕੀਤਾ ਜਦੋਂ ਪੰਜਾਬੀ ਜਿਹੜੀ ਹੈ ਉਹ ਤੇ ਅਗਰ ਮੈਂ ਬਿਲਕੁਲ ਸਾਦਾ ਅਲਫਾਜ਼ 'ਚ ਕਹਾਂ ਕਮੀਆਂ ਦੀ ਜ਼ੁਬਾਨ ਬਣ ਕੇ ਰਹਿ ਗਈ ਹੈ। ਉਹਨੂੰ ਬੋਲਣਾ ਹੀ ਇੱਕ ਜਿਹੜਾ ਹੈ ਉਹ ਇੱਕ ਕਮਤਰ ਇਲਮੀਅਤ ਜਾਂ ਮੁਆਸ਼ੀ ਇੱਕ ਲੈਵਲ ਦਾ ਇੱਕ ਇਜ਼ਹਾਰ ਹੁੰਦਾ ਹੈ। ਹਾਲਾਂਕਿ ਉਹ ਜ਼ੁਬਾਨ ਤੇ ਕੀ ਸੀ ਉਹ ਤਾਂ ਖੈਰ ਤੁਸੀਂ ਦੱਸੋਗੇ। ਉਹ ਸ਼ਾਹ ਹੁਸੈਨ ਦੀ ਜ਼ੁਬਾਨ ਸੀ, ਬੁੱਲੇ ਸ਼ਾਹ ਦੀ ਜ਼ੁਬਾਨ ਸੀ, ਕਿਹਦੀ ਜ਼ੁਬਾਨ ਸੀ? ਕੀ ਹੋਇਆ, ਕਿਸ ਤਰ੍ਹਾਂ ਹੋਇਆ? ਕੁਛ ਸਾਨੂੰ ਦੱਸੋ ਕਿ ਸਾਡੀ ਆਪਣੀ ਮਾਂ ਜਿਹੜੀ ਹੈ ਮਾਂ ਬੋਲੀ ਉਹ ਕਿਸ ਤਰ੍ਹਾਂ ਆਪਣੇ ਦੇਸ਼ ਤੋਂ ਕੱਢੀ ਗਈ? ਦੇਖੋ, ਲੈਂਗੁਏਜਸ ਜਿਹੜੀਆਂ ਹੁੰਦੀਆਂ ਨੇ
ਉਹਨਾਂ ਨੂੰ ਅੰਡਰਸਟੈਂਡ ਕਰਨ ਵਾਸਤੇ ਤੁਹਾਨੂੰ ਪੂਰੀ ਇੱਕ ਖਾਸ ਤਰ੍ਹਾਂ ਦੀ ਸਿਆਸਤ ਦੀ ਸਮਝ ਵੀ ਹੁੰਦੀ ਲੋੜ ਉਹਦੀ, ਕਿ ਲਫ਼ਜ਼ ਕਿੱਥੋਂ ਆਉਂਦੇ ਨੇ, ਸ਼ਬਦ ਕਿਸ ਤਰ੍ਹਾਂ ਬਣਦੇ ਨੇ, ਫਿਕਰੇ ਕਿਵੇਂ ਬਣਦੇ ਨੇ, ਕਿਹਦੇ ਵਾਸਤੇ ਲਿਖਿਆ ਜਾਂਦਾ ਹੈ, ਕੌਣ ਲਿਖਦਾ ਪਿਆ ਹੈ, ਉਹਦੇ ਪਿੱਛੇ ਕੀ ਮੁਹਰਕਾਤ ਹੈਗੇ ਨੇ, ਕਿਹੜੀਆਂ ਸ਼ੈਵਾਂ ਨੇ ਜਿਹੜੀਆਂ ਉਸ ਲਿਖਤ ਦੇ ਮਗਰ ਰਹੀਆਂ ਨੇ। ਜਿਹੜਾ ਤੁਹਾਡਾ ਕੁਐਸਚਨ ਦਾ ਪਹਿਲਾ ਹਿੱਸਾ ਹੈਗਾ ਕਿ ਪੰਜਾਬੀ ਅੱਜ ਦੇ ਵੇਲੇ ਦੇ ਵਿੱਚ ਕਮੀਆਂ ਦੀ ਜ਼ੁਬਾਨ ਹੈ, ਅਤੇ ਇਹ ਤਾਂ ਬੜੀ ਅੱਛੀ ਗੱਲ ਹੈਗੀ ਹੈ ਕਿ ਜੇ ਅਜੇ ਵੀ ਕੰਮਾਂਕਾਰਾਂ ਕੋਲ ਮੌਜੂਦ ਹੈਗੀ ਹੈ, ਕਿਉਂਕਿ ਬਦਕਿਸਮਤੀ ਹੈਗੀ ਹੈ ਕਿ ਹੁਣ ਉਹ ਕੰਮਾਂਕਾਰਾਂ ਵਾਲੇ ਬੰਦੇ ਜਿਹੜੇ ਕੋਈ ਮੋਟਰਸਾਈਕਲਾਂ ਠੀਕ ਕਰਦੇ ਨੇ, ਗੱਡੀਆਂ ਠੀਕ ਕਰਦੇ ਨੇ, ਪਿੰਡਾਂ ਦੇ ਵਿੱਚ ਜਿਹੜੇ ਵਾਈ ਬੀਜੀ ਦਾ ਕੰਮ ਕਰਦੇ ਨੇ, ਉਹਨਾਂ ਨੇ ਵੀ ਆਪਣੀ ਅਗਲੀ ਪੀੜ੍ਹੀ ਦੇ ਨਾਲ ਅੰਗਰੇਜ਼ੀ ਉਰਦੂ ਬੋਲਣੀ ਸ਼ੁਰੂ ਕਰ ਦਿੱਤੀ ਹੈ। ਉਹ ਵੀ ਆਪਣੀ ਮਾਂ ਬੋਲੀ ਤੋਂ ਹਜੇ ਪਰੇ ਹੈਗੇ ਨੇ। ਜਿਸ ਤਰ੍ਹਾਂ ਉਹ ਮੁਹੰਮਦ ਹਨੀਫ ਨੇ ਆਪਣੇ ਕਾਲਮ ਦੇ ਵਿੱਚ ਲਿਖਿਆ ਸੀ ਕਿ ਜਿੱਥੇ ਜਿੱਥੇ ਸਕੂਲ ਜਾਂਦਾ ਰਿਹਾ ਉੱਥੋਂ ਉੱਥੋਂ ਪੰਜਾਬੀ ਖਤਮ ਹੁੰਦੀ, ਉੱਥੇ ਅੰਗਰੇਜ਼ੀ ਅਤੇ ਉਰਦੂ ਪ੍ਰਧਾਨ ਹੁੰਦੀਆਂ ਗਈਆਂ। ਪਹਿਲਾ ਮਾਮਲਾ ਤਾਂ ਇਹੋ ਹੀ ਹੈ ਕਿ ਤੁਹਾਡੀ ਮਾਂ ਬੋਲੀ ਜਿਹੜੀ ਉਹ ਪੜ੍ਹਾਈ ਨਹੀਂ ਜਾਂਦੀ। ਤੁਹਾਡੇ MA MSc ਪਾਸ ਕੁੜੀਆਂ ਮੁੰਡੇ ਹੈਗੇ ਨੇ, ਉਹਨਾਂ ਨੂੰ ਲਿਖੀ ਬੋਲੀ ਨਹੀਂ ਆਉਂਦੀ। ਇਹ ਕਿਸ ਤਰ੍ਹਾਂ ਹੋਇਆ? ਇਹ ਕੋਈ ਬਾਕਾਇਦਾ ਕੋਈ ਮਨਸੂਬਾਬੰਦੀ ਨਾਲ ਹੋਇਆ? ਜੀ ਮੈਂ ਉਹਦੇ ਲਈ ਆ ਰਿਹਾ ਸਾਂ ਕਿ ਉਹਦੇ ਵਾਸਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਨਾ, ਤੁਹਾਨੂੰ 1839 ਤੋਂ ਲੈ ਕੇ 1857 ਤੱਕ ਦਾ ਪੀਰੀਅਡ ਸਮਝਣਾ ਪਏਗਾ। ਇੱਕ ਤਾਂ ਸਾਡੇ ਨਾਲ ਇਹ ਗੱਲ ਕਰ ਦਿੱਤੀ ਜਾਂਦੀ ਹੈ ਕਿ ਜੀ ਅਸੀਂ ਪੰਜਾਬੀ ਕਦੀ ਰਜਿਸਟ ਨਹੀਂ ਕਰਦੇ ਗਏ। ਅਸੀਂ ਰਜਿਸਟ ਕਿਸ ਚੀਜ਼ ਉੱਤੇ ਨਹੀਂ ਕਰਦੇ ਗਏ ਕਿ ਅਸੀਂ ਕੋਈ ਫ਼ਰਕ ਨਹੀਂ ਰੱਖਦੇ, ਅਸੀਂ ਕਿਸੇ ਸੈਕਟ ਦਾ ਫ਼ਰਕ ਨਹੀਂ ਰੱਖਦੇ, ਅਸੀਂ ਕਿਸੇ ਕਾਸਟ ਦਾ ਫ਼ਰਕ ਨਹੀਂ ਰੱਖਦੇ, ਅਸੀਂ ਕਿਸੇ ਰਿਲੀਜਨ ਦਾ ਫ਼ਰਕ ਨਹੀਂ ਰੱਖਦੇ, ਹਰ ਬੰਦੇ ਨੂੰ ਐਕਸੈਪਟ ਕਰਨੇ ਗਏ। ਲੇਕਿਨ ਜੇ ਤੁਸੀਂ ਰੈਜ਼ਿਸਟੈਂਸ ਦੀ ਗੱਲ ਕਰਦੇ ਹੋ ਤਾਂ ਕਲੋਨੀ ਜਿਹੜੀ ਕਿ ਈਸਟ ਇੰਡੀਆ ਕੰਪਨੀ ਦੀ ਜਿਹੜੀ ਕਲੋਨੀਜ਼ ਬਣ ਰਹੀਆਂ ਸਨ, ਅਤੇ ਉਹਨਾਂ 'ਤੇ ਸਾਰਾ ਇੰਟਾਇਰ ਇੰਡੀਆ ਜਿੱਤ ਲਿੱਤਾ ਹੋਇਆ ਸੀ। ਨਹੀਂ ਜਿੱਤਿਆ ਸੀ ਤੇ ਪੰਜਾਬ ਨਹੀਂ ਜਿੱਤਿਆ ਸੀ। ਰਾਏ ਅਹਿਮਦ ਖਰਲ ਸਾਡਾ ਹੀਰੋ ਹੈ, ਸਾਡਾ ਪਹਿਚਾਨ ਹੈ, ਸਾਡੀ ਆਨ ਚਾਨ ਹੈ। ਮਤਲਬ ਮਾਜ਼ਰਤ ਨਾਲ ਤੇ ਬਾਕੀ ਇਲਾਕਿਆਂ 'ਚ ਕੌਣ ਹੈ ਕਿਤੇ? ਉਹ ਤਾਂ ਖੈਰ ਇੱਕ ਨਹੀਂ, ਵੈਸੇ ਜਵਾਦ ਸਾਹਿਬ ਰੈਜ਼ਿਸਟੈਂਸ ਸਾਰੀਆਂ ਥਾਵਾਂ 'ਤੇ ਰਹੀ ਹੈ। ਉਹ ਤਾਂ 57 'ਚ ਹੋਈ ਨਾ। ਨਹੀਂ, ਉਸ ਤੋਂ ਪਹਿਲੇ ਵੀ ਨਾਲ ਜੇ ਤੁਸੀਂ ਕਹੋ ਨਾ ਕਿ ਜਿੰਨਾ ਲੋਕਾਂ ਨੂੰ ਸੁਰਤ ਸਮਝ ਹੈ ਸੀ ਕਿ ਗੋਰਾ ਕਿਵੇਂ ਮੂਵ ਕਰਦਾ ਪਿਆ, ਉੱਥੇ ਲੋਕਲ ਲੈਵਲ ਦੇ ਉੱਤੇ ਵੀ ਜਾਂ ਉਤਲੀ ਪੱਧਰ ਦੇ ਉੱਤੇ ਵੀ ਕਿਧਰੇ ਨਾ ਕਿਧਰੇ ਰੈਜ਼ਿਸਟੈਂਸ ਹਰ ਥਾਂ 'ਤੇ ਮੌਜੂਦ ਰਹੀ ਹੈ। ਸਾਡੇ ਇੱਧਰ ਕੀ ਹੈਗਾ ਸੀ ਕਿ ਤੁਸੀਂ 1839 ਦੇ ਵਿੱਚ ਰਣਜੀਤ ਸਿੰਘ ਮਰਦਾ। ਰਣਜੀਤ ਸਿੰਘ ਤੋਂ ਪਹਿਲਾਂ ਦੀ ਕਿਉਂ ਪੰਜਾਬ ਵਾਲੇ ਨਹੀਂ ਆਏ? ਅਤੇ ਕਿਹੜਾ ਪੰਜਾਬ ਹੈ ਇੰਨਾ ਵੱਡਾ ਪੰਜਾਬ ਜਿਹਨੂੰ ਬਾਅਦ ਹੀ ਤੁਸੀਂ ਕੱਢ ਕੇ 1902 ਦੇ ਵਿੱਚ NWFP ਕੀਤਾ, ਜਿਹੜਾ ਹੁਣ KP ਅਖਵਾਉਂਦਾ ਹੈਗਾ, ਜਿਹਦੀ ਕਸ਼ਮੀਰ ਵੀ ਇੱਕ ਉਹਦੇ ਸਟੇਟ ਗਿਣੀ ਜਾਂਦੀ ਸੀ, ਜਿਹਦੇ ਤੁਸੀਂ ਕਾਬੁਲ ਕੰਧਾਰ ਦੀ ਸਰਹੱਦਾਂ ਦੀ ਤੁਹਾਡਾ ਪੰਜਾਬ ਗਿਣਿਆ ਜਾਂਦਾ ਸੀ। ਸਿੰਧ ਦੇ ਬਹੁਤ ਇਲਾਕੇ ਸਨ, ਸੱਖਰ ਤੱਕ ਤੁਸੀਂ ਦੇਖੋ ਅੱਜ ਵੀ ਤੁਹਾਨੂੰ ਕਾਬੁਲ ਵਾਲੀ ਸਾਈਡ ਦੇ ਉੱਤੇ ਬਹੁਤ ਸਾਰੇ ਸਿੱਖ ਟ੍ਰਾਈਬਸ ਮਿਲਦੇ ਨੇ, ਉਹ ਉਸ ਵੇਲੇ ਦੇ ਹੀ ਉੱਥੇ ਐਗਜ਼ਿਸਟ ਕਰ ਰਹੇ ਨੇ। ਗੋਰਿਆਂ ਨੇ ਪੂਰੀ ਸਮਝ ਦੇ ਨਾਲ ਹਕੂਮਤ ਕੀਤੀ, ਹਰ ਤਰ੍ਹਾਂ ਦੀ ਉਹਨਾਂ ਨੂੰ ਜਾਣਕਾਰੀ ਹੈਗੀ ਸੀ। ਇੱਥੇ ਉਹਨਾਂ ਨੇ ਇਹ ਦੇਖਿਆ ਕਿ ਯਾਰ ਬੋਲੀ ਬਹੁਤ ਤਾਕਤਵਰ ਹੈਗੀ ਹੈ, ਬੋਲੀ ਦੀ ਏਕਤਾ ਬਹੁਤ ਜ਼ਿਆਦਾ ਹੈਗੀ ਹੈ। ਉਹਨਾਂ ਜਿਸ ਵੇਲੇ 1857 ਦੇ ਬਾਅਦ ਡਾਇਰੈਕਟ ਈਸਟ ਇੰਡੀਆ ਕੰਪਨੀ ਤੋਂ ਮਲਕਾ ਦੇ ਅੰਡਰ ਜਿਸ ਵੇਲੇ ਹਿੰਦੁਸਤਾਨ ਚਲਾ ਜਾਂਦਾ ਹੈਗਾ, ਅਤੇ ਉਹ ਪੂਰੇ ਇੰਡੀਆ ਨੂੰ ਉਹ ਇੱਕ ਨਵੇਂ ਫਾਰਮੈਟ ਦੇ ਉੱਤੇ ਲੈ ਕੇ ਆਉਂਦੇ, ਨਵੀਂ ਪਲੈਨਿੰਗ ਕਰਦੇ ਹੈਗੇ ਨੇ ਕਿ ਇੰਡੀਆ ਨੂੰ ਉਹਨਾਂ ਨੇ ਕਿਵੇਂ ਲੈ ਕੇ ਤੁਰਨਾ ਹੈਗਾ। ਉਹਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਨੇ ਸਾਰੀਆਂ ਜਿਹੜੀਆਂ ਬੋਲੀਆਂ ਨੇ, ਇਹ ਸਾਰੀ ਲੈਂਗੁਏਜਸ ਹੈਗੀਆਂ ਨੇ, ਉਵੇਂ ਦੀ ਉਵੇਂ ਰੱਖੀ। ਈਵਨ ਕਿ ਬੰਗਾਲ ਦੇ ਵੀ ਬੰਗਾਲੀ ਲਗਾਈ ਰੱਖੀ। ਸਿੰਧੀ ਤੁਸੀਂ ਦੇਖਦੇ ਹੋ ਕਿ ਸਿੰਧੀ ਰਸਮੁਲ ਖਤ ਦੇ ਨਾਲ ਸਾਰਾ ਕੁਝ ਟੁਰਦਾ ਆਇਆ। ਇਕੱਲਾ ਪੰਜਾਬ ਸੀ ਜਿੱਥੋਂ ਉਹਨਾਂ ਨੇ ਪੰਜਾਬੀ ਮਾਈਨਸ ਕਰ ਦਿੱਤੀ। ਉੱਥੇ ਇਹਨਾਂ ਨੇ ਲਾਂਚ ਕੀਤੀ ਉਰਦੂ, ਅਤੇ ਉਰਦੂ ਅਖਵਾਈ ਗਈ ਅਸ਼ਰਾਫੀਆ ਦੀ ਜ਼ੁਬਾਨ। ਜਿਹਨੂੰ ਉਰਦੂ ਆਉਂਦੀ ਹੈ ਉਹ ਸ਼ਰੀਫ ਲੋਕ ਨੇ, ਉਹ ਪੜ੍ਹੇ ਲਿਖੇ ਲੋਕ ਨੇ, ਜਿਹੜੇ ਉਹਨਾਂ ਤੋਂ ਵੀ ਜ਼ਿਆਦਾ ਰਿਸਪੈਕਟਡ ਨੇ ਉਹ ਅੰਗਰੇਜ਼ੀ ਵਾਲੇ ਹੈਗੇ ਨੇ। ਮੈਨੂੰ ਤੁਸੀਂ ਗੱਲ ਦੱਸੋ ਕਿ ਇੱਕ ਬੜਾ ਅਰਸਾ ਨਾਲ ਟੁਰਦਾ ਰਿਹਾ ਕਿ ਜੀ ਪੰਜਾਬੀ ਜਾਹਿਲ ਹੁੰਦੇ ਨੇ, ਠੱਗੇ ਹੁੰਦੇ ਨੇ, ਉਹਨਾਂ ਨੂੰ ਸਮਝ ਕੋਈ ਨਹੀਂ ਗੀ। ਅੱਜ ਜੇ ਇੱਕ ਆਰਡਰ ਆ ਜਾਵੇ ਕਿ ਜੀ ਸਾਡੀ ਜਿਹੜੀ ਹੁਣ ਜ਼ਬਾਨ ਹੈਗੀ ਹੈ ਇੱਥੇ, ਜਾਂ ਉਹ ਚਾਈਨੀਜ਼ ਹੋਏਗੀ ਜਾਂ ਫਰੈਂਚ ਹੋਏਗੀ, ਪੜ੍ਹਿਆ ਲਿਖਿਆ ਬੰਦਾ ਉਹੀ ਜਿਹਨੂੰ ਫਰੈਂਚ ਆਉਂਦੀ ਹੋਏਗੀ, ਇਹਦਾ ਮਤਲਬ ਇਹ ਸਾਰੇ ਅਨਪੜ੍ਹ ਹੋ ਗਏ ਫਿਰ। ਅਤੇ ਐਵੇਂ ਉਹਨਾਂ ਨੇ ਇੱਥੇ ਲੈਂਗੁਏਜ ਜਿਹੜੀ ਹੈ ਉਹ ਉਰਦੂ ਨੂੰ ਕਥਾ ਕਲਾਮੀ ਮਾਫ ਥੋੜ੍ਹੀ ਜਿਹੀ ਗਲਤੀ ਤੇ ਰਣਜੀਤ ਤੋਂ ਵੀ ਹੋਈ ਸੀ। ਉਹਨੇ ਜਿਹੜਾ ਫਾਰਸੀ ਰਸਮੁਲ ਖਤ ਰਾਇਜ ਕਰਤਾ ਸੀ, ਮਤਲਬ ਚੰਗੀ ਭਲੀ ਗੁਰਮੁਖੀ ਚੱਲ ਰਹੀ ਸੀ, ਅਤੇ
ਥੋੜੀ ਇੱਕ ਮਤਲਬ ਟੈਕਨੀਕਲ ਗਲਤੀ ਸੀ, ਨਹੀਂ, ਉਹ ਆਪ ਹੀ ਪੜ੍ਹਿਆ ਲਿਖਿਆ ਤੇ ਹੈ ਨਹੀਂ ਸੀ ਵਿਚਾਰਾ। ਖੈਰ ਨਹੀਂ, ਖੈਰ ਉਹਨੂੰ ਸਮਝ ਤੇ ਬਹੁਤ ਜ਼ਿਆਦਾ ਸੀ, ਐਸੀ ਗੱਲ ਨਹੀਂ ਗੀ, ਲੇਕਿਨ ਇਹ ਕੋਈ ਮਸਲਾ ਨਹੀਂ ਹੈਗਾ। ਉਹਦੀ ਇੱਕ ਵਜ੍ਹਾ ਇਹ ਕਿ ਤੁਸੀਂ ਜਿਹੜੇ ਵਾਰਿਸ ਸ਼ਾਹ ਦੇ ਨੁਸਖੇ ਕਿ ਹੀਰ ਵਾਰਿਸ ਸ਼ਾਹ ਦੇ ਨੁਸਖੇ ਉਹ ਤੁਹਾਨੂੰ ਸ਼ਾਹਮੁਖੀ 'ਚ ਮਿਲਦੇ ਨੇ, ਤੁਹਾਨੂੰ ਬੁੱਲੇ ਸ਼ਾਹ ਦੇ ਨੁਸਖੇ ਸ਼ਾਹਮੁਖੀ 'ਚ ਮਿਲਦੇ ਨੇ। ਈਵਨ ਕਿ ਬਾਬ ਫਰੀਦ ਦਾ ਜਿਹੜਾ ਕਲਾਮ ਐਂਟਰ ਕੀਤਾ ਗਿਆ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਦੇ ਵੀ ਜਿਹੜੀ ਪੁਰਾਣੀਆਂ ਜਿਹੜੇ ਨੁਸਖਿਆਂ ਦੀ ਜਿਹੜੀ ਤਹਿਕੀਕ ਜਿਹੜੀ ਬਜ਼ੁਰਗਾਂ ਨੇ ਕੀਤੀ ਹੈ ਉਹ ਵੀ ਸ਼ਾਹਮੁਖੀ ਸਕ੍ਰਿਪਟ ਦੇ ਵਿੱਚ ਹੀ ਲੱਭਦੀ ਹੈ। ਇਹ ਕੋਈ ਫਰਕ ਨਹੀਂ ਹੈਗਾ ਸੀ। ਮਾਮਲਾ ਇਹ ਹੈ ਕਿ ਤੁਸੀਂ ਇੱਕ ਜ਼ਬਾਨ ਨੂੰ ਖਤਮ ਕਰਨ ਵਾਸਤੇ ਇੱਕ ਦੂਸਰੀ ਜ਼ਬਾਨ ਉੱਥੇ ਲਗਾ ਰਹੇ ਹੋ। ਅੱਛਾ ਜੀ, ਮਾਡਰਨ ਏਜ ਵਿੱਚ ਆ ਕੇ ਤੁਸੀਂ ਦੇਖੋ, ਤੁਹਾਨੂੰ ਜ਼ਬਾਨਾਂ ਆਉਣੀਆਂ ਚਾਹੀਦੀਆਂ ਨੇ। ਤੁਸੀਂ ਬਾਹਰ ਜਾ ਕੇ ਯੂਨੀਵਰਸਿਟੀਜ਼ ਵਿੱਚ ਪੜ੍ਹਦੇ ਹੋ, ਕਹਿੰਦੇ ਤੁਹਾਨੂੰ ਇੱਕ ਸੈਕਿੰਡ ਲੈਂਗੁਏਜ ਵੀ ਆਉਣੀ ਚਾਹੀਦੀ ਹੈ। ਸੈਕਿੰਡ ਲੈਂਗੁਏਜ ਤੁਸੀਂ ਸਿੱਖਦੇ ਹੋ ਕਿ ਬਈ ਉਹ ਜਿਹੜੀ ਵੀ ਤੁਹਾਨੂੰ ਉੱਥੇ ਕੰਮਕਾਰ ਵਿਹਾਰ ਦੀ ਜਿਹੜੀ ਬੋਲੀ ਹੁੰਦੀ ਹੈ ਤੁਹਾਨੂੰ ਆਉਣੀ ਚਾਹੀਦੀ ਹੈ। ਲੇਕਿਨ ਇਹ ਕੀ ਤਰੀਕਾਕਾਰ ਹੋਇਆ ਕਿ ਔਨ ਦੀ ਕਾਸਟ ਆਫ ਯੂਰ ਮਦਰ ਲੈਂਗੁਏਜ ਤੁਸੀਂ ਸਿੰਧ ਦੇ ਜਾਂਦੇ ਹੋ, ਸਿੰਧ ਦੇ ਵਿੱਚ ਸਿੰਧ ਦੀ ਜਿਹੜੀ ਅਸੈਂਬਲੀ ਹੈਗੀ ਹੈ ਉਹਦੇ ਮਿੰਟਸ ਜਿਹੜੇ ਨੇ ਉਹ ਸਿੰਧੀ 'ਚ ਲਿਖੇ ਅੱਜ ਵੀ ਸਿੰਧੀ 'ਚ ਲਿਖੇ ਜਾਂਦੇ ਜੀ। ਉੱਥੇ ਤਕਰੀਰਾਂ ਸਿੰਧੀ 'ਚ ਹੁੰਦੀਆਂ ਨੇ, ਉਹਨਾਂ ਦਾ ਆਈਡੀ ਕਾਰਡ ਸਿੰਧੀ 'ਚ ਬਣਦਾ ਹੈਗਾ। ਫਿਰ ਤੁਸੀਂ ਦੇਖੋ ਕਿ ਮਲਟੀਨੈਸ਼ਨਲਸ ਨੂੰ ਕਿੰਨੀ ਸਮਝ ਹੈਗੀ ਹੈ। ਤੁਸੀਂ ਕਦੀ ਟ੍ਰੇਨ ਦੇ ਜ਼ਰੀਏ ਵਾਇਆ ਟ੍ਰੇਨ ਤੁਸੀਂ ਕਰਾਚੀ ਦਾ ਟਰੈਵਲ ਕਰੋ, ਤੁਹਾਨੂੰ ਮੁਲਤਾਨ ਤੱਕ ਜਿਹੜੀ ਸਟੇਸ਼ਨਸ ਦੇ ਉੱਤੇ ਤੁਹਾਨੂੰ ਜਿਹੜੇ ਟੀ ਬੈਗਸ ਮਿਲਦੇ ਨਾ ਚਾਹ ਵਾਲੀ, ਹੁਣ ਪਹਿਲੇ ਉਹ ਵਾਲੀ ਗਰਮ ਤੇ ਖਤਮ ਹੋ ਗਈ ਨਾ, ਜਿਹੜੀ ਆਂਦੀ ਹੁੰਦੀ ਸੀ ਕਿ ਬਈ ਉਹ ਸ਼ੀਸ਼ੇ ਦੇ ਗਲਾਸਾਂ 'ਚ ਜਾ ਰਹੀ ਹੈ, ਤੇ ਉਹ ਨਹੀਂ, ਹੁਣ ਤੇ ਉਹ ਹੁੰਦੀ ਹੈ ਕਿ ਡਿਸਪੋਜ਼ੇਬਲ ਗਲਾਸਾਂ 'ਚ ਜਾ ਰਹੀ ਹੈ। ਉਹ ਟੀ ਬੈਗਸ ਪਏ ਨੇ, ਉਹ ਤੁਹਾਨੂੰ ਮਿਲਦੀ ਹੈ। ਇੱਕ ਸਾਈਡ 'ਤੇ ਲਿਖਿਆ ਅੰਗਰੇਜ਼ੀ 'ਚ ਲਿਪਟਨ, ਦੂਸਰੀ ਉਰਦੂ 'ਚ ਲਿਪਟਨ ਲਿਖਿਆ। ਐਵੇਂ ਤੁਸੀਂ ਸਿੰਧ ਦੀ ਬਾਉਂਡਰੀ 'ਚ ਐਂਟਰ ਹੁੰਦੇ ਤੇ ਉੱਥੇ ਬਦਲ ਜਾਂਦਾ ਕੰਮ, ਉਹ ਸਿੰਧੀ 'ਚ ਆ ਜਾਂਦਾ, ਲਿਪਟੂਨ ਹੋ ਜਾਂਦਾ ਹੈਗਾ, ਕਿਉਂਕਿ ਉਧਰ ਉਹ ਨਰਸਰੀ ਤੋਂ ਲੈ ਕੇ 9ਵੀਂ ਤੱਕ ਪੜ੍ਹਾਉਂਦੇ ਨੇ। 75 ਨੰਬਰ ਦਾ ਪੇਪਰ ਹੈਗਾ, ਉੱਥੇ ਕਿੰਨੀ ਕਮਿਊਨਿਟੀਜ਼ ਰਹਿ ਰਹੀਆਂ ਨੇ। ਉਹਨਾਂ ਨੂੰ ਸ਼ਾਹ ਅਬਦੁਲ ਲਤੀਫ ਭਟਾਈ ਦੀ ਫਿਲਾਸਫੀ ਆਵੇ ਨਾ ਆਵੇ, ਲੇਕਿਨ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਸਿੰਧੀ ਨਹੀਂ ਪੜ੍ਹਨੀ ਆਉਂਦੀ। ਉਹਨਾਂ ਨੂੰ ਪੜ੍ਹਾਈ ਜਾ ਰਹੀ ਹੈ। ਉਹ ਜਿਹੜਾ ਉਹਨਾਂ ਨੇ ਗੋਰਿਆਂ ਨੇ ਪੰਜਾਬ ਨੂੰ ਇੱਕ ਖਾਸ ਤੌਰ 'ਤੇ ਇੱਕ ਅਲੱਗਾ ਕਰਕੇ ਪੂਰੇ ਇੰਟਾਇਰ ਇੰਡੀਆ ਤੋਂ ਦੇਖਿਆ, ਉਹ ਰੁਝਾਨਾਤ ਬਤਦਰੀਜ ਹੁੰਦੇ 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 ਅੱਜ ਦੇ ਵੇਲੇ ਦੇ ਵਿੱਚ ਆ ਗਏ ਨੇ ਕਿ ਜਿਹੜੀ ਬੋਲੀ ਹੈਗੀ ਉਹਦੀ ਸ਼ਕਲ ਹੀ ਕੋਈ ਨਹੀਂ ਰਹਿ ਗਈ। ਤੇ ਪੰਜਾਬੀਆਂ ਨੇ ਕਿਉਂ ਕਬੂਲ ਕੀਤਾ? ਉਹਨਾਂ ਨੇ ਕਿਉਂ ਆਪਣੀ ਮਾਂ ਬੋਲੀ ਨਾਲ ਦਗਾ ਕੀਤਾ? ਦੇਖੋ, ਉਹ ਰਜਿਸਟ ਕਰਦੇ, ਉਹ ਕਹਿੰਦੇ ਅਸੀਂ ਨਹੀਂ ਮੰਨਦੇ ਬਈ, ਅਸੀਂ ਆਪਣੀ ਮਾਂ ਬੋਲੀ ਰੱਖਾਂਗੇ, ਬੋਲਾਂਗੇ, ਲਿਖਾਂਗੇ। ਜਿੱਥੋਂ ਤੱਕ ਤੁਸੀਂ ਖਲਕਤ ਦੀ ਗੱਲ ਕਰਦੇ ਹੋ, ਖਲਕਤ ਦੇ ਵਿੱਚ ਮੂਵ ਕੀਤੀ ਰਹੀ, ਖਲਕਤ ਵਿੱਚ ਹੁਣ ਵੀ ਮੂਵ ਕਰ ਰਹੀ ਹੈ। ਅੱਜ ਤੁਸੀਂ ਕਿਸੇ ਮੁਸ਼ਾਇਰੇ ਦਾ ਅਨਾਉਂਸਮੈਂਟ ਕਰੋ, ਤੁਹਾਨੂੰ ਸ਼ਾਇਰ ਸੰਭਾਲਣੇ ਮੁਸ਼ਕਿਲ ਹੋ ਜਾਣਗੇ ਪੰਜਾਬੀ ਦੇ, ਤੁਸੀਂ 500 ਸ਼ਾਇਰ ਇਕੱਠਾ ਹੋ ਜਾਏਗਾ। ਲੇਕਿਨ ਚੂੰਕਿ ਇੰਸਟੀਟਿਊਸ਼ਨਲਾਈਜ਼ ਨਹੀਂ ਹੋਈ ਨਾ, ਇਸ ਕਰਕੇ ਤੁਹਾਨੂੰ ਪ੍ਰੋਜ਼ ਨਹੀਂ ਮਿਲਦੀ ਪਈ, ਰਿਸਰਚ ਨਹੀਂ ਮਿਲਦੀ ਪਈ। ਇਹ ਕਿੰਨਾ ਕਰਨਾ ਸੀ ਬਈ? ਪਾਰਟੀਸ਼ਨ ਦੇ ਬਾਅਦ ਤੇ ਤੁਹਾਡੀ ਗਵਰਨਮੈਂਟ ਇੱਧਰ ਦੀ ਸੀ ਨਾ, ਪੰਜਾਬੀਆਂ ਦੀ ਹੀ ਗਵਰਨਮੈਂਟ ਹੈਗੀ ਸੀ ਨਾ। ਉਹ ਹੁਣ ਵੀ ਸਾਡੇ ਦੋਸਤ ਨੇ ਜਿਹੜੇ 21 ਫਰਵਰੀ ਨੂੰ ਨਿਕਲਦੇ ਨੇ, ਉਹ ਕਹਿੰਦੇ ਨੇ ਕਿ ਜੀ ਇਹਨੂੰ ਕਰੋ, ਮਾਦਰੀ ਜ਼ੁਬਾਨ ਨੂੰ ਜਿਹੜਾ ਹੈਗਾ ਲੈ ਕੇ ਆਓ, ਤੁਸੀਂ 4ਵੀਂ 5ਵੀਂ ਤੱਕ ਲੈ ਕੇ ਆਓ। ਇਹ ਸਰਕਾਰ ਨੇ ਕਰਨਾ ਹੈ ਨਾ। ਵਨ ਇੰਡੀਵਿਜੂਅਲ ਜਾਂ ਸਰਟਨ ਲੈਵਲ ਦੇ ਜਿਹੜੇ ਗਰੁੱਪਸ ਹੈਗੇ ਨੇ ਉਹ ਕਿੰਨੀ ਕੁ ਉਹਦੀ ਐਫਰਟ ਕਰ ਸਕਦੇ ਨੇ ਆਪਣੇ ਤਾਈਂ, ਤੇ ਹਰ ਬੰਦਾ ਕਰ ਹੀ ਰਿਹਾ ਜੋ ਵੀ ਜਿਸ ਤਰ੍ਹਾਂ ਦਾ ਕੋਈ ਦਾਨ ਦੇ ਤੇ ਸਕੇ। ਤੁਸੀਂ ਕਹਿ ਰਹੇ ਹੋ ਕਿ ਅੰਗਰੇਜ਼ ਨੇ ਤੁਹਾਡੇ ਅੰਦਰੋਂ ਵੰਡ ਪਾਉਣ ਲਈ ਉਹ ਪੰਜਾਬੀ ਦੀ ਬਜਾਏ ਉਰਦੂ ਰਾਜ ਕੀਤੀ, ਤੇ ਅਸੀਂ ਵੰਡ ਦੇ ਬਾਅਦ ਜਦੋਂ ਆਜ਼ਾਦੀ ਮਿਲ ਗਈ ਸਾਨੂੰ, ਅਸੀਂ ਬੇਵਕੂਫੀ 'ਚ ਜਾਂ ਸਾਦਗੀ 'ਚ ਜਾਂ ਪਤਾ ਨਹੀਂ ਕਿਸ 'ਚ ਉਹਨੂੰ ਹੀ ਫਿਰ ਜਾਰੀ ਰੱਖਿਆ, ਜਿਹੜੀ ਬਹੁਤ ਵੱਡੀ ਗਲਤੀ ਸੀ ਇੱਕ। ਦੇਖੋ, ਇਹ ਤੇ ਸਰਕਾਰਾਂ ਦੇ ਸੂਝਵਾਨਾਂ ਦੇ ਬਹੁਤ ਸੋਚਣ ਵਾਲੀਆਂ ਗੱਲਾਂ ਨੇ ਕਿ ਉਹ ਕਿਸ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਤੁਰਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਹਨੂੰ ਆਪਣੀ ਮਾਂ ਬੋਲੀ ਮੰਨਣ ਨੂੰ ਵੀ ਤਿਆਰ ਹੋ ਕਿ ਨਹੀਂ ਤਿਆਰ। ਬਹੁਤ ਤੁਹਾਡੇ ਜਿਹੜੇ ਬਹੁਤ ਸਾਰੇ ਨਵੀਂ ਥਿਊਰੀਜ਼ ਆ ਰਹੀਆਂ ਨੇ, ਉਹ ਥਿਊਰੀਜ਼ ਕੀ ਆ ਰਹੀਆਂ ਨੇ ਕਿ ਲੈਂਗੁਏਜ ਤੇ ਉਹ ਹੁੰਦੀ ਹੈ ਜਿਹੜੀ ਬਾਲ ਦੀ ਜਿਹੜੀ ਮਾਂ ਹੈਗੀ ਹੈ, ਜਿਹਨੇ ਜਣਿਆ ਉਹਨੂੰ ਜੋ ਉਹਦੇ ਨਾਲ ਬੋਲਦੀ ਪਈ ਹੈ, ਇਹ ਮਦਰ ਲੈਂਗੁਏਜ ਹੈਗੀ ਹੈ। ਜਾਂ ਇਹ ਤੇ ਇੱਕ ਸੋਰਸ ਆਫ ਕਮਿਊਨੀਕੇਸ਼ਨ ਹੈਗਾ, ਉਹ ਤਾਂ ਕਿਸੇ ਲੈਂਗੁਏਜ ਵੀ ਹੋ ਸਕਦਾ ਹੈ। ਲੇਕਿਨ ਕਿਆ ਮਦਰ ਲੈਂਗੁਏਜ ਦੀਆਂ ਸਾਰੀ ਡੈਫੀਨੇਸ਼ਨਸ ਪੂਰੀਆਂ ਹੁੰਦੀਆਂ ਇਹਦੇ ਨਾਲ? ਇੱਕ ਖਿੱਤੇ ਦੀ ਜਿਹੜੀ 4000 ਸਾਲ ਪੁਰਾਣੀ ਜ਼ੁਬਾਨ ਹੈਗੀ ਹੈ, ਜਿਹਦੇ 'ਚ ਤੁਹਾਨੂੰ ਬਾਬ ਫਰੀਦ ਤੋਂ ਲੈ ਕੇ ਖਵਾਜਾ ਫਰੀਦ ਤੱਕ ਦਾ ਇੱਕ ਵੱਡਾ ਵਿਜ਼ਡਮ ਨਜ਼ਰ ਆਉਂਦਾ ਹੈਗਾ। ਫਿਰ ਬਾਬ ਫਰੀਦ ਨੇ ਜੋ ਸ਼ਾਇਰੀ ਕੀਤੀ, ਉਸ ਤੋਂ ਪਹਿਲੇ ਕਿੰਨੀ ਤਾਕਤਵਰ ਸ਼ਾਇਰੀ ਹੋਈ ਹੋਏਗੀ, ਕਿਉਂਕਿ ਰਿਟਨ ਫਾਰਮ ਵਿੱਚ ਨਹੀਂ ਮਿਲੀ, ਬਾਬ ਫਰੀਦ ਤੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ। ਤੇ ਉਹ ਕਿਸ ਤਰ੍ਹਾਂ ਤੁਸੀਂ ਉਹਨੂੰ ਛੱਡ ਸਕਦੇ ਹੈਗੇ ਹੋ? ਲੇਕਿਨ ਤੁਸੀਂ ਤਾਂ ਇਹਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ, ਤੁਸੀਂ ਮਦਰ ਲੈਂਗੁਏਜ ਨੂੰ ਮੰਨਦੇ ਹੀ ਨਹੀਂ ਪਏ। ਤੁਸੀਂ ਨਵੀਂ ਥਿਊਰੀਜ਼ ਉੱਤੇ ਜਾ ਰਹੇ ਹੈਗੇ ਕਿ ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਬਈ ਗੋਰਿਆਂ ਨੇ ਪੂਰੀ ਦੁਨੀਆ ਦੇ ਵਿੱਚ ਅੰਗਰੇਜ਼ੀ ਲਾਗੂ ਕਰਨੀ ਸੀ, ਉਹਨਾਂ ਨੇ ਕਰ ਦਿੱਤੀ ਹੈ।
ਤੁਹਾਨੂੰ ਵੀ ਕੌਮੀ ਜ਼ੁਬਾਨ ਚਾਹੀਦੀ ਸੀ, ਇੱਕ ਰਾਬਤੇ ਦੀ ਜ਼ੁਬਾਨ ਚਾਹੀਦੀ ਸੀ, ਕਿਉਂਕਿ ਉੱਥੇ ਬੰਗਾਲ ਹੈਗਾ ਸੀ, ਉਹਨਾਂ ਦਾ ਰਸਮੁਲ ਖਤ, ਉਹਨਾਂ ਦੀ ਬੋਲੀ ਹਰ ਸ਼ੈ ਮੁਖਤਲਿਫ ਸੀ, ਇੱਕ ਸੋਰਸ ਆਫ ਕਮਿਊਨੀਕੇਸ਼ਨ ਬਣ ਸਕਦਾ ਸੀ। ਲੇਕਿਨ ਸਰ ਜੀ ਤੁਹਾਨੂੰ ਆਪਣੀ ਬੋਲੀ ਵੀ ਤਾਂ ਸੰਭਾਲਣੀ ਹੈ ਨਾ। ਅਸੀਂ ਕਿਸੇ ਵੀ ਲੈਂਗੁਏਜ ਦੇ ਖਿਲਾਫ ਨਹੀਂ ਹੈਗੇ, ਲੇਕਿਨ ਤੁਹਾਨੂੰ ਆਪਣੀ ਮਦਰ ਲੈਂਗੁਏਜ ਤੇ ਹਰ ਹਾਲ ਹੀ ਸੰਭਾਲਣੀ ਹੈ। ਜੇ ਤੁਸੀਂ ਆਪਣੀ ਮਾਂ ਬੋਲੀ ਨਹੀਂ ਸਿੱਖ ਸਕਦੇ ਤਾਂ ਤੁਸੀਂ ਦੁਨੀਆ ਦੀ ਕੋਈ ਵੀ ਦੂਸਰੀ ਜ਼ੁਬਾਨ ਨਹੀਂ ਸਿੱਖ ਸਕਦੇ। ਅੱਛਾ, ਇਹ ਪੰਜਾਬੀਆਂ ਨੇ ਪੰਜਾਬੀ ਨੂੰ ਛੱਡ ਕੇ ਕੀ ਫਾਇਦਾ ਚੁੱਕਿਆ ਤੇ ਕੀ ਨੁਕਸਾਨ ਹੋਇਆ? ਦੇਖੋ, ਜੇ ਤੁਸੀਂ ਕਾਰ ਵਿਹਾਰ ਦੀ ਗੱਲ ਕਰਦੇ ਹੋ ਜੀ, ਨੌਕਰੀ ਦੀ ਗੱਲ ਕਰਦੇ ਹੋ, ਜਿਹੜਾ ਬੰਦੇ ਦਾ ਰੋਜ਼ਗਾਰ ਹੈਗਾ ਸਾਰੇ ਦਾ ਸਾਰਾ, ਤੁਸੀਂ ਬ੍ਰਿਟਿਸ਼ ਪੀਰੀਅਡ ਤੋਂ ਹੀ ਦੇਖੋ ਕਿ ਜਿੰਨੀ ਸੇਵਾ ਪੰਜਾਬੀਆਂ ਨੇ ਕਰ ਛੱਡੀ, ਕਿੰਨਾ ਜਿਹੜਾ ਲਫ਼ਜ਼ ਮਸ਼ਾਹੀਰ ਵਰਤਿਆ ਜਾਂਦਾ ਹੈਗਾ, ਉਹ ਸਾਰੇ ਮਸ਼ਾਹੀਰ ਕਿੱਧਰ ਦੇ ਹੈਗੇ ਸਨ? ਤੇ ਸਾਰੇ ਤੁਹਾਨੂੰ ਜਿਹੜੇ 19ਵੀਂ ਸਦੀ ਦੇ 20ਵੀਂ ਸਦੀ ਦੇ ਜਿਹੜੇ ਵੱਡੇ ਮਸ਼ਾਹੀਰ ਹੈਗੇ ਨੇ, ਉਹ ਸਾਰੇ ਤੁਹਾਨੂੰ ਇੱਧਰ ਨਜ਼ਰ ਆਉਂਦੇ ਨੇ। ਤੁਸੀਂ ਇਕਬਾਲ ਨੂੰ, ਫੈਜ਼ ਨੂੰ ਕਿਸ ਤਰ੍ਹਾਂ ਛੱਡ ਸਕਦੇ ਹੋ? ਤੁਸੀਂ ਨਾਸਿਰ ਕਾਜ਼ਮੀ ਨੂੰ, ਮੰਟੋ ਨੂੰ ਕਿਵੇਂ ਅਲੱਗ ਕਰ ਸਕਦੇ ਹੋ? ਅਬਦੁਲ ਹਮੀਦ ਅਦਮ ਨੂੰ, ਸਾਗਰ ਸਦੀਕੀ ਜਿਹੜਾ ਸੜਕਾਂ ਤੇ ਰੋਲਦਾ ਮਰ ਗਿਆ, ਠੀਕ ਹੈ, ਪ੍ਰੋਫੈਸਰ ਅਸਲਮ, ਅਹਿਮਦ ਨਦੀਮ ਕਾਸਮੀ, ਇਹ ਕਿੰਨੇ ਵੱਡੇ ਨਾਂ ਨੇ ਸਾਰੇ। ਅਸ਼ਫਾਕ ਅਹਿਮਦ, ਮੁਮਤਾਜ਼ ਮੁਫਤੀ, ਬੇਸ਼ੁਮਾਰ ਨਾਂ ਨੇ, ਲੇਕਿਨ ਉਹ ਤੇ ਉਰਦੂ ਵੱਲ ਟੁਰ ਗਏ ਨਾ। ਕਿਉਂ ਟੁਰੇ? ਉਹ ਮਾਂ ਬੋਲੀ ਕਿਤੇ ਗਈ? ਮੈਂ ਉਹੀ ਤੇ ਗੱਲ ਕਰ ਰਿਹਾ, ਕਿਉਂ ਟੁਰੇ ਬਈ? ਤੁਹਾਡੇ ਇਦਾਰਿਆਂ 'ਚੋਂ ਪੜ੍ਹਾਈ ਜਾਂਦੀ ਸੀ, ਅੰਜੁਮਨਾਂ ਜਿਹੜੀਆਂ ਸਨ, ਅੰਜੁਮਨ ਉਰਦੂ ਪੰਜਾਬ, ਉਰਦੂ ਤਰੱਕੀ ਹਿੰਦ, ਇਹ ਸਾਰੀ ਜਿੰਨੀ, ਮੈਂ ਜੇ ਗਲਤ ਨਾਮ ਵੀ ਲੈ ਰਿਹਾ ਹੋਵਾਂਗਾ ਵਿਦ ਲੋਟ ਆਫ ਐਕਸਕਿਊਜ਼, ਕਿ ਉਹ ਸਾਰੀ ਦੀ ਸਾਰੀ ਜਿਹੜੀ ਅੰਜੁਮਨਾਂ ਸਨ ਇੱਥੇ ਬਣਾਈਆਂ ਗਈਆਂ। ਉਹ ਤੁਹਾਨੂੰ ਕਿਸੇ ਹੋਰ ਥਾਂ ਦੇ ਉੱਤੇ ਅੰਜੁਮਨਾਂ ਨਜ਼ਰ ਨਹੀਂ ਆਉਂਦੀਆਂ ਗਈਆਂ। ਨੌਕਰੀ ਕਿਹਨੂੰ ਮਿਲਣੀ ਹੈ? ਨੌਕਰੀ ਉਹਨੂੰ ਮਿਲਣੀ ਹੈ ਜਿਹਨੂੰ ਉਰਦੂ ਲਿਖਣੀ ਆਉਂਦੀ ਹੋਏਗੀ, ਜਿਹਨੂੰ ਅੰਗਰੇਜ਼ੀ ਲਿਖਣੀ ਆਉਂਦੀ ਹੋਏਗੀ। ਤੁਸੀਂ ਉਹਨੂੰ ਕੰਮਕਾਰ ਦੀ ਬੋਲੀ ਹੀ ਨਹੀਂ ਬਣਨ ਦਿੱਤਾ। ਤੇ ਇਹ ਹੁਣ ਤੱਕ ਵੀ ਜਿਹੜੀ ਬੋਲੀ ਬਚਦੀ ਆ ਰਹੀ ਹੈ, ਖਲਕਤ ਦੀ ਵਜ੍ਹਾ ਤੋਂ ਬਚਦੀ ਆ ਰਹੀ ਹੈ, ਕਿਉਂਕਿ ਸ਼ਾਹ ਹੁਸੈਨ ਦਾ ਵਿਜ਼ਡਮ ਇੱਥੇ ਮੌਜੂਦ ਹੈਗਾ ਸੀ, ਬੁੱਲੇ ਸ਼ਾਹ ਦਾ ਵਿਜ਼ਡਮ ਮੌਜੂਦ ਸੀ, ਬਾਬਾ ਫਰੀਦ ਦਾ ਮੌਜੂਦ ਸੀ, ਨਾਨਕ ਦਾ ਸੀ, ਭਾਈ ਗੁਰਦਾਸ ਦਾ ਸੀ। ਹੁਸੈਨ ਨਕੀ ਸਾਡੇ ਇੱਕ ਬਹੁਤ ਸੀਨੀਅਰ ਜਰਨਲਿਸਟ ਹੈਗੇ ਨੇ। ਉਹ ਇੱਕ ਦਫਾ ਕਿਸੇ ਨੇ ਉਹਨਾਂ ਕੋਲ ਕੁਐਸਚਨ ਕੀਤਾ ਕਿ ਵੀ ਕਿਉਂ ਨਹੀਂ ਇਹ ਗੋਰਿਆਂ ਨੇ ਇੱਥੇ ਹੋਣ ਦਿੱਤੀ, ਤੇ ਉਹਨਾਂ ਨੇ ਕਿਹਾ ਗੋਰਿਆਂ ਨੂੰ ਬਹੁਤ ਸਮਝ ਹੈਗੀ ਸੀ ਕਿ ਜਿੰਨਾ ਪੰਜਾਬੀ ਕਲਾਸਿਕ ਹੈਗਾ ਉਹ ਰਿਬਿਲੀਅਨ 'ਤੇ ਹੈਗਾ, ਰਿਵੋਲਟ ਦੇ ਉੱਤੇ ਹੈਗਾ। ਲੋਕਾਂ ਦੇ ਵਿੱਚ ਜਿਹੜੀ ਇੱਕ ਕਲਾਸ ਡਿਫਰੈਂਸੀਏਸ਼ਨ ਹੈਗੀ ਉਹਦੀ ਪੂਰੀ ਸਮਝ ਦਵਾਉਂਦਾ ਹੈਗਾ ਪੰਜਾਬੀ ਕਲਾਸਿਕ। ਜੇ ਪੰਜਾਬੀ ਕਲਾਸਿਕ ਨੂੰ ਤੁਸੀਂ ਲੋਕਾਂ ਦੇ ਵਿੱਚ ਰਹਿਣ ਦਿਓਗੇ ਤੇ ਰੈਜ਼ਿਸਟੈਂਸ ਤੇ ਹੁੰਦੀ ਰਹੇਗੀ। ਪਾਰਟੀਸ਼ਨ ਤੋਂ ਪਹਿਲੇ ਤੀਕਰ ਤੁਸੀਂ ਦੇਖੋ, ਇੱਕ ਆਮ ਮੁਹਾਵਰਾ ਵਰਤਿਆ ਜਾਂਦਾ ਸੀ ਪਿੰਡਾਂ ਥਾਵਾਂ 'ਤੇ ਕਿ ਬਈ ਤੂੰ ਕਿਤਾਬ ਪੜ੍ਹੀ ਹੈ, ਤੇਰੇ ਘਰ ਕਿਤਾਬ ਹੈ, ਤੇ ਕਿਤਾਬ ਦਾ ਮਾਣਾ ਕੀ ਸੀ? ਹੀਰ ਵਾਰਸ ਸ਼ਾਹ। ਤੁਸੀਂ ਆਪਣੇ ਬਜ਼ੁਰਗਾਂ ਕੋਲ ਜਾ ਕੇ ਉਹਨੂੰ ਅੱਛਾ, ਇਸ ਤੋਂ ਜ਼ਰਾ ਇੱਕ ਨਾਜ਼ੁਕ ਜਿਹਾ ਮੁਕਾਮ ਆ ਜਾਂਦਾ ਹੈ ਕਿ ਕਿਆ ਵੰਡ ਨੇ ਮਾਂ ਬੋਲੀ ਹੈ ਇਹਨੂੰ ਬਹੁਤ ਜ਼ਿਆਦਾ ਜ਼ੱਕ ਪਹੁੰਚਾਈ ਹੈ, ਕਿਉਂਕਿ ਮਸ਼ਰਕੀ ਪੰਜਾਬ ਨੇ ਤਾਂ ਸੀਨੇ ਨਾਲ ਲਾ ਕੇ ਰੱਖੀ ਹੈ, ਉਹਨਾਂ ਦਾ ਤੇ ਮਾਂ ਨੇ ਸਿਰ ਦਾ ਤਾਜ ਹੈ, ਤੇ ਅਸੀਂ ਸ਼ਰਮਿੰਦਾ ਫਿਰਨ ਡਏ ਹਾਂ। ਤੇ ਕਿਆ ਉਹ ਵੰਡ ਵੀ ਜ਼ਿੰਮੇਦਾਰ ਹੈ ਇਸ ਤਨਜ਼ਲੀ ਦੀ? ਨਹੀਂ, ਮੈਂ ਵੰਡ ਨੂੰ ਨਹੀਂ ਇਹਦਾ ਡਾਇਰੈਕਟਲੀ ਸਮਝਦਾ ਹੈਗਾ। ਮੈਂ ਤੇ ਇਹਨੂੰ ਜਿਹੜੀ ਗੋਰਿਆਂ ਦੀ ਦਿੱਤੀ ਪਾਲਿਸੀ ਹੈਗੀ ਹੈ ਉਹਦੇ ਤਹਿਤ ਹੀ ਲੈ ਕੇ ਤੁਰਨਾ ਵਾਂਗੇ, ਜਿਹੜੀ ਉਹਨਾਂ ਨੇ ਪਾਲਿਸੀ ਤੋਰੀ ਸੀ। ਤੇ ਮਸ਼ਰਕੀ ਪੰਜਾਬ ਨੇ ਤਾਂ ਨਹੀਂ ਨਾ ਉਹਨਾਂ ਨੂੰ ਐਕਸੈਪਟ ਕੀਤੀ ਉਸ ਪਾਲਿਸੀ ਨੂੰ। ਤੁਹਾਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ ਹੈ ਜਵਾਦ ਸਾਹਿਬ ਕਿ ਮਸ਼ਰਕੀ ਪੰਜਾਬ ਵਾਲਿਆਂ ਨੂੰ ਇੱਕ ਇਹ ਹੈਗਾ ਕਿ ਗ੍ਰੰਥ ਸਾਰਾ ਗੁਰਮੁਖੀ ਪੰਜਾਬੀ 'ਚ ਹੈਗਾ। ਉਹਨਾਂ ਦੇ ਨਜ਼ਦੀਕ ਉਹ ਉਂਝ ਦਾ ਹੀ ਇੱਕ ਮਾਮਲਾ ਹੈਗਾ ਜਿਵੇਂ ਮੁਸਲਮਾਨਾਂ ਦਾ ਅਰਬੀ ਦੇ ਨਾਲ ਹੈਗਾ। ਹਾਂ, ਠੀਕ ਹੈ, ਇੱਕ ਉਹ ਸੀਕਰਟ ਹੈਗੀ ਵਨ ਥਿੰਗ। ਸੈਕੰਡਲੀ, ਉੱਥੇ ਵੀ ਜਿਹੜੀ ਅੱਜ ਦੇ ਵੇਲੇ ਦੇ ਵਿੱਚ ਲੋਕ ਪੰਜਾਬੀ ਲਿਖ ਰਹੇ ਨੇ, ਉਹ ਸਿਰਫ ਉਹਨਾਂ ਨੂੰ ਇੱਕ ਐਡਵਾਂਟੇਜ ਹੈ ਕਿ ਉਹਨਾਂ ਨੂੰ ਬੋਲਦੇ ਸਾਡੇ ਵਾਂਗੂ ਸ਼ਰਮ ਨਹੀਂ ਆਉਂਦੀ। ਉਹ ਬਹੁਤ ਖੁੱਲ੍ਹ ਡੁੱਲ ਕੇ ਗੱਲਬਾਤ ਕਰਦੇ ਨੇ, ਪੂਰੀ ਦੁਨੀਆ ਜਿੱਥੇ ਮਰਜ਼ੀ ਹੋਣ। ਜਿਸ ਤਰ੍ਹਾਂ ਸਾਡੇ ਪਠਾਨ ਭਾਈ ਨੇ ਨਾ, ਉਹ ਕੋਈ ਜਨਰਲ ਮੈਨੇਜਰ ਵੀ ਹੈਗਾ ਤੇ ਉਹਦਾ ਡਰਾਈਵਰ ਆ ਗਿਆ ਨਾ, ਤੇ ਉਹਨੇ ਇਹ ਨਹੀਂ ਦੇਖਣਾ ਕਿ ਯਾਰ 10 ਬੰਦੇ ਹੈ ਨੇ, ਉਹਨੇ ਪਛਤੋ ਹੀ ਸ਼ੁਰੂ ਹੋ ਜਾਣਾ। ਤੇ ਉੱਥੇ ਦਾ ਸਿੱਧੂ ਜਿਹੜਾ ਉਹ ਵੀ ਫਿਰ ਇਸ ਤਰ੍ਹਾਂ ਵੀ ਬੋਲਦਾ ਹੈ, ਜਿਹੜਾ ਹੈ ਨਾ ਖੁੱਲ੍ਹੇਆਮ ਉਹ। ਲੇਕਿਨ ਜਿਹੜੀ ਪੰਜਾਬੀ ਲਿਖੀ ਜਾ ਰਹੀ ਹੈ ਉੱਥੇ ਵੀ ਜਾ ਕੇ ਦੇਖੋ, ਉਹਦੀ ਵੀ ਹਾਲਤ ਕੋਈ ਇੰਨੀ ਖੁਸ਼ਗਵਾਰ ਨਹੀਂ ਹੈਗੀ। ਅੱਛਾ, ਉਹ ਸ਼ਿਵ ਕੁਮਾਰ ਬਟਾਲਵੀ ਮਰ ਗਏ ਸਾਰੇ। ਸੰਸਕ੍ਰਿਤ ਦੇ ਵਰਡਸ ਆ ਰਹੇ ਨੇ, ਅੱਛਾ, ਹਿੰਦੀ ਦੇ ਵਰਡਸ ਆ ਰਹੇ ਨੇ, ਕਿਉਂਕਿ ਪ੍ਰਧਾਨ ਬੋਲੀਆਂ ਨੇ ਨਾ। ਅੰਗਰੇਜ਼ੀ ਪੂਰੀ ਦੁਨੀਆ ਦੀ ਬੋਲੀ ਬਣ ਗਈ, ਹਿੰਦੀ ਉਹਨਾਂ ਦੀ ਜਿਹੜੀ ਪੂਰੇ ਤੁਸੀਂ ਦੇਖੋਗੇ ਡਰਾਮੇ ਸਾਰੇ ਹਿੰਦੀ 'ਚ ਹੈਗੇ ਨੇ, ਫਿਰ ਜਿਹੜਾ ਲਿਟਰੇਚਰ ਹੈਗਾ ਸਾਰਾ ਉਹ ਸਾਰਾ ਹਿੰਦੀ 'ਚ ਛਪਦਾ ਹੈ ਜ਼ਿਆਦਾ। ਤੁਹਾਡਾ ਜਿਹੜਾ ਉਧਰ ਦਾ ਸਾਰਾ ਮੀਡੀਅਮ, ਜਿਹੜਾ ਸੋਰਸ ਆਫ ਕਮਿਊਨੀਕੇਸ਼ਨ ਜਿਹੜਾ ਇੱਕ ਦੂਜੇ ਨਾਲ ਚੱਲਦਾ ਪਿਆ, ਉਹ ਹਿੰਦੀ ਚੱਲਦਾ ਪਿਆ। ਉਹ ਕਿੰਨੀ ਗਲਤ ਹੈਗੀ ਹੈ। ਬਹੁਤ ਘੱਟ ਉੱਥੇ ਰਾਈਟਰਸ ਇਹੋ ਜਿਹੇ ਹੈਗੇ ਨੇ
ਵੈਸੇ ਤਾਂ ਬਹੁਤ ਵੱਡੇ ਵੱਡੇ ਰਾਈਟਰ ਸਨ, ਜਿਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਸੀ, ਗੁਰਦਿਆਲ ਸਿੰਘ ਸੀ, ਸੰਤੋਖ ਸਿੰਘ ਦੇਵ, ਉਹ ਤਾਂ ਖੈਰ ਉਰਦੂ ਚ ਚੁੱਕਿਆ ਸੀ ਰਾਜਿੰਦਰ ਸਿੰਘ ਤੇ ਇਹ ਸਾਰੇ ਦੇ ਸਾਰੇ ਵੱਡੇ ਲੋਕ ਜਿਹੜੇ ਨੇ। ਲੇਕਿਨ ਅੱਜ ਦੇ ਵੇਲੇ ਦੇ ਵਿੱਚ ਤੁਸੀਂ ਉਹਨਾਂ ਦਾ ਲਿਟਰੇਚਰ ਪੜ੍ਹ ਕੇ ਦੇਖੋ, ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ, ਮੈਂ ਨਾ ਇਹਨੂੰ ਮੈਂ ਜਨਰਲਾਈਜ਼ ਕਰ ਰਿਹਾ, ਲੇਕਿਨ ਉੱਥੇ ਇੱਕ ਰੁਝਾਨ ਮੌਜੂਦ ਹੈ ਕਿ ਉਹ ਸੰਸਕ੍ਰਿਤ ਦੇ ਵਰਡ ਜਿਹੜੇ ਹੈਗੇ ਨੇ ਜਾਂ ਹਿੰਦੀ ਤੋਂ ਆਏ ਜਿਹੜੇ ਵਰਡਸ ਹੈਗੇ ਨੇ ਉਹ ਵਰਤਨ ਦੇ ਵਿੱਚ ਸੌਖਤ ਇਸਤੇਮਾਲ ਉਹਨਾਂ ਨੂੰ ਸੌਖਤ ਮਹਿਸੂਸ ਹੁੰਦੀ ਹੈਗੀ ਹੈ। ਅੱਛਾ, ਤੁਸੀਂ ਮੁਸਤਕਬਲ ਕੀ ਵੇਖਦੇ ਹੋ? ਕਿਆ ਤਾਬਨਾਕ ਹੈ, ਕਿਆ ਕੋ ਉਮੀਦ ਹੈ ਕਿ ਧਰਤੀ ਦੇ ਬੇਟੇ ਜਿਹੜੇ ਨੇ ਆਪਣੀ ਮਾਂ ਦਾ ਤਾਜ ਜਿਹੜਾ ਸਿਰ ਤੇ ਵੀ ਸਜਾਣਗੇ ਕਿ ਨਹੀਂ? ਦੇਖੋ, ਜਿਹੜੀ ਬੋਲੀ ਹੁੰਦੀ ਹੈ ਨਾ, ਲੈਂਗੁਏਜ ਜਿਹੜੀ ਹੁੰਦੀ ਹੈ ਉਹ ਆਪਣੇ ਆਪ ਵਿੱਚ ਬਹੁਤ ਮਹਾਨ ਹੁੰਦੀ ਹੈ। ਉਹ ਕੋਈ ਵੀ ਮਾਂ ਬੋਲੀ ਹੋਵੇ, ਜਿਵੇਂ ਸਾਡੀ ਇੱਥੇ ਪੰਜਾਬੀ ਹੈ, ਸਿੰਧੀਆਂ ਦੀ ਸਿੰਧੀ ਹੈ, ਬੰਗਾਲੀ ਸੀ ਬੰਗਾਲੀ ਹੈਗੀ ਹੈ, ਪਸ਼ਤੂਨਾਂ ਦੀ ਪਸ਼ਤੋ, ਜਾਂ ਤੁਸੀਂ ਕਰਨਾਟਕ ਵਾਲੀ ਸਾਈਡ 'ਤੇ ਚਲੇ ਜਾਓ, ਤਾਮਿਲ ਵਾਲੀ ਸਾਈਡ 'ਤੇ ਚਲੇ ਜਾਓ, ਉਹਨਾਂ ਦੀ ਆਪਣੀ ਹੈ। ਬੋਲੀਆਂ ਜਿਹੜੀਆਂ ਨੇ ਉਹ ਐਗਜ਼ਿਸਟ ਕਰਦੀਆਂ ਨੇ ਲੋਕਾਂ ਦੇ ਵਿੱਚ, ਖਲਕਤ ਦੇ ਵਿੱਚ। ਇੱਕ ਚੀਜ਼, ਦੂਸਰੀ ਚੀਜ਼ ਹੈਗੀ ਹੈ ਕਿ ਬਹੁਤ ਆਸ ਉਮੀਦ ਹੈ, ਇਹ ਬਹੁਤ ਤਾਕਤਵਰ ਲੋਕਾਂ ਦੀ ਬੋਲੀ ਸੀ ਜਿਨ੍ਹਾਂ ਨੇ ਖਲਕਤ ਦੀ ਗੱਲ ਕੀਤੀ। ਜਿਸ ਵੇਲੇ ਬਾਬਾ ਫਰੀਦ ਸ਼ਾਇਰੀ ਕਰ ਰਹੇ ਸਨ ਕਿ ਦਰਬਾਰ ਦੀ ਬੋਲੀ ਫਾਰਸੀ ਨਹੀਂ ਗਈ ਸੀ, ਬਿਲਕੁਲ, ਜਾਂ ਉਹ ਫਾਰਸੀ ਅਰਬੀ ਦੇ ਜਾਣੂ ਨਹੀਂ ਹੈਗੇ ਸਨ। ਜਿੰਨਾ ਵਿਜ਼ਡਮ ਉਹਨਾਂ ਕੋਲ ਸੀ, ਜਿੰਨੀ ਸਮਝ ਉਹਨਾਂ ਕੋਲ ਸੀ, ਉਹਨਾਂ ਦਾ ਕੋਈ ਇੱਕ ਦੋੜਾ ਫੜ ਲਵੋ, ਉਹ ਦੁਨੀਆ ਦੀ ਕੋਈ ਹੋਰ ਸ਼ਾਇਰੀ ਨਾਲ ਲੈ ਆਵੋ, ਉਹ ਕਿਸੇ ਲਿਹਾਜ਼ ਨਾਲ ਘੱਟ ਨਹੀਂ ਗਈ। ਉਹਨਾਂ ਦਾ ਇੱਕ ਦੋੜਾ ਹੈਗਾ, 2 ਲਾਈਨਾਂ ਹੀ ਨੇ ਕਿ ਜਿਨ ਲੋਇਣ ਜਗ ਮੋਹਿਆ ਸੈ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦੀਆਂ ਸੈ ਪੰਖੀ ਸੂਹੇ ਬਹਿਟ। ਜਿਨ ਲੋਇਣ, ਜੋ ਅੱਖੀਆਂ, ਜਗ ਮੋਹਿਆ, ਜਿਨ੍ਹਾਂ ਦੇ ਮਗਰ ਸਾਰਾ ਜਗ ਪਾਗਲ ਸੀ। ਉਹ ਅੱਖੀਆਂ ਜ਼ਰੂਰੀ ਨਹੀਂ ਕਿ ਸਾਡੀ ਉਰਦੂ ਸ਼ਾਇਰੀ ਦੀ ਤਰ੍ਹਾਂ ਕਿਸੇ ਖਾਤੂਨ ਦੀ ਅੱਖੀਆਂ ਹੋਣ, ਕਿਸੇ ਰਾਜੇ ਮਹਾਰਾਜੇ ਨਵਾਬ ਦੀ ਵੀ ਹੋ ਸਕਦੀਆਂ ਨੇ। ਜਿਨ ਲੋਇਣ ਜਗ ਮੋਹਿਆ ਸੈ ਲੋਇਣ ਮੈਂ ਡਿਠ, ਮੈਂ ਸੈਂਕੜੇ ਇਹੋ ਜਿਹੀਆਂ ਅੱਖੀਆਂ ਵੇਖੀਆਂ ਨੇ ਕਿ ਜਿਨ੍ਹਾਂ ਦੇ ਮਗਰ ਸਾਰਾ ਜ਼ਮਾਨਾ ਪਾਗਲ ਸੀ, ਉਹਨਾਂ ਦੇ ਮਗਰ ਟੁਰਿਆ ਸੀ। ਕੱਜਲ ਰੇਖ ਨਾ ਸਹਿੰਦੀਆਂ, ਉਹਨਾਂ ਦੀ ਡੈਲੀਕੇਸੀ, ਉਹਨਾਂ ਦੀ ਬਾਰੀਕੀ ਇੰਨੀ ਜ਼ਿਆਦਾ ਸੀ ਕਿ ਉਹ ਕੱਜਲ ਦੀ ਇੱਕ ਲਾਈਨ ਵੀ ਨਹੀਂ ਸਹਿ ਸਕੀਆਂ ਸਨ। ਸਹਿ ਪੰਖੀ ਸੂਹੇ ਬਹਿਟ, ਅਖੀਰ ਮੈਂ ਉਹਨਾਂ ਦੀ ਖੋਪੜੀਆਂ ਦੇ ਵਿੱਚ ਅੰਡੇ ਦੇਖੇ। ਇਹ 2 ਲਾਈਨਾਂ ਦੇ ਵਿੱਚ ਤੁਸੀਂ ਮੈਨੂੰ ਦੱਸੋ, ਇਹ ਕੌਣ ਬੰਦਾ ਗੱਲ ਕਰ ਰਿਹਾ ਹੈ? ਇੰਨਾ ਵੱਡਾ ਵਿਜ਼ਡਮ ਕਿਸ ਤਰ੍ਹਾਂ ਆਉਂਦਾ ਹੈਗਾ? ਉਹ ਉਸੇ ਤਰ੍ਹਾਂ ਹੀ ਆਉਂਦਾ ਹੈ ਜੇ ਤੁਸੀਂ ਖਲਕਤ ਵਿੱਚ ਮੂਵ ਕਰਦੇ ਹੋ, ਲੋਕਾਂ ਵਿੱਚ ਰਹਿੰਦੇ ਹੈਗੇ ਹੋ। ਜਿਹੜਾ ਤੁਹਾਡਾ ਕੁਐਸਚਨ ਸੀ ਕਿ ਆਉਣ ਵਾਲੇ ਦਿਨਾਂ ਦੀ ਆਸ ਉਮੀਦ, ਤੇ ਜਿਹੜਾ ਤੁਹਾਡੇ ਹੱਥ 'ਚ ਉਹਨਾਂ ਨੇ ਡਿਵਾਈਸ ਫੜਾ ਦਿੱਤੀ ਹੈ ਨਾ, ਇਹ ਸੋਸ਼ਲ ਮੀਡੀਆ ਜਿਹੜਾ ਆ ਗਿਆ, ਇਹ ਤੁਹਾਨੂੰ ਕਨੈਕਟ ਕਰ ਰਿਹਾ ਸਾਰਿਆਂ ਨਾਲ, ਜੋੜਦਾ ਪਿਆ, ਤੇ ਮੈਂ ਬਹੁਤ ਹੀ ਆਪਟੀਮਿਸਟਿਕ ਹੈਗਾ ਹਾਂ। ਅੱਛਾ, ਇਹ ਤੁਹਾਡਾ ਜਿਹੜਾ ਨੈਣ ਪਰਾਨ, ਇਹਦਾ ਸਾਨੂੰ ਦੱਸੋ, ਇਹ ਕੀ ਹੈ ਸਪੈਸ਼ਲੀ ਨਵੀਂ ਨਸਲ ਲਈ, ਨਵੀਂ ਪੀੜ੍ਹੀ ਤੇ ਬਿਲਕੁਲ ਹੀ ਵਿਚਾਰੀ ਨਾ ਬਦਲੇ। ਨੈਣ ਪਰਾਨ ਮੇਰੀ ਕਿਤਾਬ ਦਾ ਟਾਈਟਲ ਵੀ ਸੀ, ਸ਼ਾਰਟ ਸਟੋਰੀਜ਼ ਦਾ। ਮੇਰੀ ਉਸ ਕਿਤਾਬ ਦੇ ਵਿੱਚ ਜਿਹੜੀ ਟਾਈਟਲ ਸਟੋਰੀ ਸੀ ਨੈਣ ਪਰਾਨ, ਉਸ ਕਹਾਣੀ ਦਾ ਨਾਮ ਸੀ। ਆਮ ਪਿੰਡਾਂ ਦੇ ਵਿੱਚ ਅਜੇ ਵੀ ਤੁਸੀਂ ਚਲੇ ਜਾਓ ਤੇ ਉੱਥੇ ਬਜ਼ੁਰਗ ਜਿਸ ਵੇਲੇ ਦੁਆ ਦਿੰਦੇ ਨੇ, ਉਹ ਕਹਿੰਦੇ ਨੇ ਨੈਣ ਪ੍ਰੈਣ ਸਲਾਮਤ ਰਹਿਣ, ਕਿ ਤੁਹਾਡੇ ਜਿਹੜੇ ਵਾਈਟਲ ਸਾਇੰਸ ਨੇ ਨਾ ਉਹ ਸਲਾਮਤ ਰਹਿਣ, ਰੱਬ ਖੈਰ ਬਰਕਤ ਪਾਈ ਰੱਖੇ ਉਹਨਾਂ ਵਿੱਚ, ਕਿ ਤੁਸੀਂ ਮੂਵ ਕਰਦੇ। ਤੇ ਨੈਣ ਪ੍ਰਾਣ ਉਹ ਸ਼ਕਤੀ, ਉਸ ਤਾਕਤ ਨੂੰ ਕਿਹਾ ਜਾਂਦਾ ਜਿਨ੍ਹਾਂ ਦੇ ਨਾਲ ਨੈਣ ਪ੍ਰੈਣ ਟੁੱਟਦੇ ਨੇ। ਕਿੱਸਾ ਕਾਦਰ ਯਾਰ ਦੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਤੇ ਵਰਤਿਆ ਹੈ, ਕਰੋ ਜੀ ਕਰਮ ਭਗਵਾਨ ਦਾ ਵਾਸਤਾ ਜੀ, ਹੋਵਨ ਨੈਣ ਪ੍ਰਾਣ ਵਸੂਲ ਮੈਨੂੰ, ਹੋਵਨ ਨੈਣ ਪ੍ਰਾਣ ਵਸੂਲ ਮੈਨੂੰ, ਕਿ ਉਹ ਮੈਨੂੰ ਸ਼ਕਤੀ ਰਵੇ ਕਿ ਉਹ ਜਿਹੜਾ ਉਹਦੇ ਨਾਲ। ਅੱਛਾ ਅੱਛਾ, ਤੇ ਮੁਦੱਸਰ ਸਾਹਿਬ, ਦਿਲ ਕਰਦਾ ਹੈ ਤੁਸੀਂ ਬੈਠੇ ਰਹੋ, ਗੱਲਬਾਤ ਕਰਦੇ ਰਹੋ, ਸਾਡੀ ਮਾਂ ਬੋਲੀ ਦੀ ਕੋਈ ਇੱਜ਼ਤ ਜਿਹੜੀ ਹੈ ਉਹ ਬੁਲੰਦ ਹੁੰਦੀ ਰਹੇ, ਲੇਕਿਨ ਵਕਤ ਦੀ ਸਾਡੇ ਕੋਲ ਪਾਬੰਦੀ ਹੈ। ਤੇ ਅਗਰ ਤੁਸੀਂ ਆਪਣਾ ਕੋਈ ਕਲਾਮ ਅਗਰ ਸੁਣਾਓ, ਤੇ ਕੋਈ ਵੱਡਿਆਂ ਦਾ ਵੀ ਕੋਈ ਅਗਰ ਕਲਾਮ ਸਾਨੂੰ ਸੁਣਾ ਸਕੋ। ਪਹਿਲੀ ਗੱਲ ਮੈਂ ਤੁਹਾਨੂੰ ਜਵਾਬ ਬੜੀ ਵਿਦ ਡਿਊ ਅਪੋਲੋਜੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਰੈਕਟੀਫਾਈ ਕਰਾਂ। ਇੱਜ਼ਤ ਇਹਦੀ ਹੈ, ਕਿਸੇ ਵੀ ਸਰਕਾਰ, ਕਿਸੇ ਵੀ ਗਵਰਨਮੈਂਟ ਦੇ ਦਿੱਤੇ ਆਦਰਸ਼ ਦੇ ਨਾਲ ਇਹਦੀ ਇੱਜ਼ਤ ਘੱਟਦੀ ਨਹੀਂ ਹੈਗੀ। ਲੋਕੀ ਬੋਲਦੇ ਪਏ ਨੇ, ਲੋਕਾਂ ਦੀ ਜਿਉਂਦੀ ਜਾਗਦੀ ਹੈਗੀ ਹੈ। ਤੁਸੀਂ ਇੰਨੀਆਂ ਬੋਲੀਆਂ ਸਿਖਾਈਆਂ, ਤੁਸੀਂ ਉਹਨਾਂ ਦਾ ਐਕਸੈਂਟ ਨਹੀਂ ਦੇ ਸਕੇ ਪੰਜਾਬੀਆਂ ਨੂੰ ਅਜੇ ਤੱਕ। ਪੰਜਾਬੀਆਂ ਦਾ ਆਪਣਾ ਹੀ ਐਕਸੈਂਟ ਹੈਗਾ ਹਰ ਥਾਂ ਦਾ। ਜੇ ਤੁਸੀਂ ਕੋਈ ਸਰਗੋਦੇ ਵਾਲਾ ਬੰਦਾ ਉਰਦੂ ਬੋਲ ਰਿਹਾ ਜਾਂ ਅੰਗਰੇਜ਼ੀ ਬੋਲ ਰਿਹਾ ਨਾ, ਤਾਂ ਵਿਦਿਨ ਸੈਕਿੰਡ ਤੁਸੀਂ ਫਾਈਂਡ ਆਊਟ ਕਰੋ ਉਹ ਯਾਰ ਇਹ ਤੇ ਜੰਗਲੀ ਐਕਸੈਂਟ ਹੈਗਾ। ਜਿਹੜਾ ਕੋਈ ਲੈਲਪੁਰ ਵਾਲੀ ਸਾਈਡ 'ਤੇ ਹੈਗਾ, ਭਾਵੇਂ ਕੋਈ ਵੀ ਬੋਲੀ ਬੋਲੇ, ਉਹਦਾ ਐਕਸੈਂਟ ਪੰਜਾਬੀ ਹੀ ਹੈਗਾ। ਉਹ ਲਹਿੰਦਾ ਇਲਾਕਾ, ਬਲਕਿ ਸ਼ਾਇਦ ਕਹਿੰਦੇ ਨੇ ਕਿ ਜੰਗ ਵਾਲਾ ਜਿਹੜਾ ਇਲਾਕਾ ਹੈ, ਬੁਨਿਆਦੀ ਤੌਰ ਓਰੀਜਨ ਤੇ ਪੰਜਾਬੀ ਦਾ ਉੱਥੇ ਦਾ, ਤੇ ਉਹ ਤੇ ਹੋਰ ਹੈਗਾ ਨਾ ਲਹਿੰਦਾ ਚੜ੍ਹਦਾ। ਤੇ ਅਸੀਂ ਉਹਨੇ ਕੀਤਾ ਕਿ ਜੀ ਚੜ੍ਹਦਾ ਜਿਹੜਾ ਹੈਗਾ ਇੰਡੀਅਨ ਪੰਜਾਬ ਤੇ ਜਿਹੜਾ ਹੈਗਾ ਸਾਡਾ ਹੈਗਾ।
ਸੋ ਬੋਲੀ ਆਪਣੀ ਥਾਂ ਤੇ ਮਹਾਨ ਹੈ, ਕੋਈ ਫਿਕਰ ਦੀ ਲੋੜ ਨਹੀਂ ਗੀ। ਹਾਂ, ਜਿਹੜੀ ਲੋੜ ਹੈ ਵੇ, ਜੇ ਅੱਜ ਦੇ ਮਾਡਰਨ ਵੇਲੇ ਦੇ ਵਿੱਚ ਤੁਸੀਂ ਇਹਨਾਂ ਸ਼ੈਵਾਂ ਨੂੰ ਨਾਲ ਨਹੀਂ ਲੈ ਕੇ ਤੁਰੋਗੇ। ਮੈਂ ਥੋੜ੍ਹਾ ਜਿਹਾ ਇੱਕ ਗੱਲ ਐਡ ਕਰਾਂਗਾ ਤੁਹਾਡੇ ਨਾਲ ਕਿ ਮੈਂ ਹੁਣੇ ਜਿਸ ਵੇਲੇ ਕੈਨੇਡਾ ਤੋਂ ਹੋ ਕੇ ਆਇਆ ਵਾਂ ਅਤੇ ਮੈਂ ਮੁਖਤਲਿਫ ਥਾਵਾਂ ਦੇ ਉੱਤੇ ਫਿਰ ਕੇ ਆਇਆ। ਫਿਰ ਮੇਰਾ ਟ੍ਰਾਂਸਿਟ ਬਹੁਤ ਵੱਡਾ ਹੈਗਾ ਸੀ। ਮੈਂ ਲੰਦਨ ਵੀ ਰੁਕਿਆ, ਮੈਂ ਇਸਤੰਬੁਲ ਵੀ ਗਿਆ, ਮੈਂ ਬਹਿਰੇਨ ਵੀ ਗਿਆ। ਉੱਥੇ ਸਭ ਤੋਂ ਵੱਡੀ ਜਿਹੜੀ ਬੋਲੀ ਤੁਹਾਡੀ ਪੂਰੀ ਦੁਨੀਆ ਦੀ ਜਿਹੜੀ ਬੋਲੀਆਂ ਨੂੰ ਖਾ ਰਹੀ ਹੈ ਨਾ, ਉਹ ਅੰਗਰੇਜ਼ੀ ਹੈ। ਤੁਹਾਨੂੰ ਨਹੀਂ ਪਤਾ ਕਿ ਅਗਲੇ 20 ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਅੰਗਰੇਜ਼ੀ ਕਿੰਨੀ ਬੋਲੀਆਂ ਨੂੰ ਖਾ ਜਾਏਗੀ। ਬੰਗਾਲੀ ਜਿਹੜੇ ਸਭ ਤੋਂ ਜ਼ਿਆਦਾ ਆਪਣੀ ਬੋਲੀ ਦੇ ਉੱਤੇ ਜਿਨ੍ਹਾਂ ਦਾ ਸਟੈਂਡ ਹੈਗਾ ਸੀ, ਜਿਹੜੀ 21 ਫਰਵਰੀ ਵੀ ਉਹਨਾਂ ਦੇ ਕਾਰਨ ਮਨਾਈ ਜਾਂਦੀ ਹੈ, ਉਹਨਾਂ ਦੇ ਵੀ ਬੱਚਿਆਂ ਨੂੰ ਮੈਂ ਦੇਖਿਆ ਕਿ ਉਹ ਮੀਆਂ ਬੀਵੀ ਆਪਸ ਦੇ ਵਿੱਚ ਤੇ ਬੰਗਾਲੀ 'ਚ ਗੱਲ ਕਰ ਰਹੇ ਨੇ ਤੇ ਬੱਚੇ ਅੰਗਰੇਜ਼ੀ ਬੱਚਿਆਂ ਦੇ ਨਾਲ ਅੰਗਰੇਜ਼ੀ 'ਚ ਗੱਲ। ਟੈਗੋਰ ਨੂੰ ਤੇ ਭੁੱਲ ਜਾਣਗੇ ਉਹ ਬਿਲਕੁਲ, ਇਹਦਾ ਮਤਲਬ ਹੈ ਉਹ ਹੈ ਕਿ ਮਗਰ ਨਵੇਂ ਜਿਹੜੇ ਮੀਡੀਅਮਸ ਹੈਗੇ ਨੇ, ਪੜ੍ਹਾਈ ਲਿਖਾਈ ਦੇ ਜੋੜਨ ਦੇ ਨਾਲ ਨਾਲ ਕਾਰ ਵਿਹਾਰ ਦੀ ਬੋਲੀ ਤੁਸੀਂ ਉਹਨੂੰ ਬਣਾਉਣਾ ਹੈਗਾ। ਫਿਰ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਵਰਤਣਾ ਹੈਗਾ, ਜਿਸ ਤਰ੍ਹਾਂ ਤੁਹਾਡੇ ਟਾਕ ਸ਼ੋਜ਼ ਹੈਗੇ ਨੇ, ਤੁਹਾਡੀ ਫਿਲਮਾਂ ਹੈਗੀਆਂ ਨੇ, ਤੁਹਾਡੇ ਡਰਾਮੇ ਹੈਗੇ ਨੇ, ਉਹਨਾਂ ਦੇ ਵਿੱਚ ਤੁਹਾਨੂੰ ਨਵੀਂ ਪੀੜ੍ਹੀ ਨੂੰ ਨਾਲ ਲੈ ਕੇ ਤੁਰਨਾ ਪਏਗਾ ਕਿ ਉਹਨਾਂ ਨੂੰ ਦੱਸਣਾ ਪਏਗਾ ਕਿ ਯਾਰ ਇਹ ਵੀ ਤੁਹਾਡੀ ਬੋਲੀ ਦੇ ਵਿੱਚ ਸਾਰਾ। ਨਾ ਕੋਈ ਚੈਨਲ ਹੈ ਪੰਜਾਬੀ, ਨਾ ਕੋਈ ਪੰਜਾਬੀ ਫਿਲਮ ਬਣ ਰਹੀ ਹੈ, ਕਿ ਉਹ ਕਿਸ ਤਰ੍ਹਾਂ ਹੋਏਗਾ? ਮਤਲਬ ਠੀਕ ਹੈ, ਇੱਕ ਇੰਟੈਲੈਕਚੁਅਲ ਥਾਟ ਤੇ ਹੈ, ਲੇਕਿਨ ਪ੍ਰੈਕਟੀਕਲੀ ਇਹ ਹੈਗਾ ਕਿ ਇਸ ਤੋਂ ਵੱਡੀ ਕੀ ਮਿਸਾਲ ਹੋ ਸਕਦੀ ਹੈ ਕਿ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖੇ ਜਿਹੜੇ ਬੜੀ ਤੁਸੀਂ ਸ਼ਸਤਾ ਕਿਸਮ ਦੀ ਉਰਦੂ ਦੇਸ਼ ਕੀਤੇ ਨੇ, ਤੇ ਅੱਜ ਅਸੀਂ ਦੋਵੇਂ ਭਰਾ ਬੈਠ ਕੇ ਪੰਜਾਬੀ 'ਚ ਹੀ ਗੱਲ ਕਰ ਰਹੇ ਹਾਂ। ਦਿਲੋਂ ਜੋ ਨਿਕਲਦੀ ਹੈ ਉਹ ਤੇ ਫਿਰ ਉਹ ਧਰਤੀ ਦੀ ਬੋਲੀ ਹੈ ਨਾ, ਮਿੱਟੀ ਦੀ ਬੋਲੀ ਹੈ ਉਹ ਤੇ ਕੁਝ ਸੁਣਾਓ ਜਨਾਬ, ਆਪਣਾ ਕਲਾਮ ਵੀ ਤੇ ਯਾਰ ਵੱਡਿਆਂ ਦਾ ਵੀ ਕੁਝ ਸੋਚਿਆ ਤੇ ਕੁਝ ਹੋਰ ਸੀ ਕਿ ਮੈਂ ਕੋਈ ਇੱਕ ਨਜ਼ਮ ਆਪਣੀ ਕੋਈ ਹੋਰ ਸੁਣਾਵਾਂਗਾ, ਲੇਕਿਨ ਮੈਨੂੰ ਲੱਗਿਆ ਕਿ ਜਿਸ ਤਰ੍ਹਾਂ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਉਹਦੇ ਵਿੱਚ ਨਜ਼ਮ ਕੋਈ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਜਿਹੜੀ ਕੁਝ ਅਜੋਕੇ ਵੇਲੇ ਦੀ ਹੋਵੇ, ਅੱਜ ਦੀ ਗੱਲਬਾਤ ਜਿਹਦੇ ਨਾਲ। ਇਸ ਨਜ਼ਮ ਦਾ ਸਰਨਾਮਾ ਹੈ ਇਤਬਾਰ। ਹਾਂਜੀ, ਇਤਬਾਰ। ਆਫਿਸ ਵਿੱਚ ਹਫੀ ਥਕੀ, ਫਾਈਲਾਂ ਵਿੱਚ ਗਿਰੀ, ਔਰਾਈਕਲ ਦੇ ਪ੍ਰੋਗਰਾਮ ਵਿੱਚ ਖੂਬੀ, ਟੀ ਟਾਈਮ ਲੰਚ ਵੇਲੇ ਸਿਰ ਖੁੜਕਣ ਦੀ ਵੇਲ ਨਹੀਂ, ਈਮੇਲ ਸੇ ਆਂਦੇ ਜਾਂਦੇ ਇੰਟੀਮੇਸ਼ਨਸ, ਪ੍ਰੈਸ਼ਰ, ਥੈਂਕਲੈਸ ਜੌਬ, ਡੇਲੀ ਰਿਪੋਰਟਸ, ਟਾਰਗੇਟਸ, ਪ੍ਰਮੋਸ਼ਨ, ਡਾਊਨ ਸਾਈਜ਼ਿੰਗ ਦੀ ਵੱਖਰੀ ਤਲਵਾਰ, ਘਰ ਪਰਤਣ ਵਾਲੀ ਬੱਸ ਵੀ ਨਿਕਲ ਨਾ ਜਾਵੇ, ਦਵਾਈ, ਦੁੱਧ, ਖੰਡ, ਡਬਲ ਰੋਟੀ ਵੀ ਲੈਣੀ ਹੈ, ਕ੍ਰੈਡਿਟ ਕਾਰਡ ਦੀ ਲੇਟ ਫੀਸ ਤੋਂ ਵੀ ਬਚਣਾ ਹੈ, ਭੱਜ ਨਸ, ਬੇਵਸਾਹੀ, ਬੇਤਬਾਰੀ, ਜੋੜ ਜੋੜ ਟੁੱਟਿਆ, ਦਰਦ ਭਰਿਆ, ਅੱਖੀਆਂ ਦੁਆਲੇ ਕਾਲੇ ਨਿਸ਼ਾਨ, ਆਂਦੇ ਹੀ ਬਿਸਤਰ ਉੱਤੇ ਟਹਿ ਪਈ, ਤੂੰ ਕਦੋਂ ਆਇਆ ਮੈਨੂੰ ਪਤਾ ਹੀ ਨਾ ਲੱਗਾ, ਚਾਹ ਦਾ ਗਰਮ ਕੱਪ ਹੱਥ ਆਇਆ, ਕੱਪ ਦੇ ਨਾਲ ਤੇਰਾ ਹੱਥ ਵੀ, ਕਾਲੇ ਵਾਲਾਂ ਨਾਲ ਭਰੀ ਬਾਂਹ ਜਿੱਥੇ ਹੁਣ ਕਿਧਰੇ ਕਿਧਰੇ ਚਾਂਦੀ ਵੀ ਹੈ, ਜਿਹੜੇ ਨੌਕਰੀ ਨਾ ਵੀ ਰਹੀ ਤੇ ਕੀ ਹੈ, ਕ੍ਰੈਡਿਟ ਕਾਰਡ ਓਵਰਚਾਰਜ ਵੀ ਹੋਇਆ ਤੇ ਕੀ ਹੋਇਆ, ਆਮਲੇਟ ਨਾ ਵੀ ਬਣਿਆ ਤੇ ਰਸ ਖਾ ਲਵਾਂਗੇ, ਕੁਝ ਦਿਨ ਆਫ ਕਰਕੇ ਵੀ ਤੇ ਵੇਖ ਲਈਏ, ਝੀਲ ਦੇ ਕੰਢੇ ਵਾਕ ਕਰ ਲਈਏ ਤੇ ਕੀ ਹੈ, ਕੋਈ ਕਾਟਾ ਤੇ ਨਹੀਂ ਕਿਤੇ ਵੀ, ਮੈਂ ਦਾਸੀ ਵੀ ਤੇਰੀ, ਮਾਲਕਨ ਵੀ ਤੇਰੀ, ਤੂੰ ਮੇਰਾ ਹੈ ਬਸ। क्या बात है जी, वंडरफुल वंडरफुल, बहुत आला बहुत आला। दरअसल ਇਹਦਾ ਇਹਨਾਂ ਇੱਕ ਰੋਮਾਨੀ ਤੇ ਮਾਹੌਲ ਸੀ ਜਿਹਦੇ ਚ ਬੰਦਾ ਮਤਲਬ ਵਗਦਾ ਜਾਂਦਾ ਹੈ, ਇੱਕ ਨਦੀ ਹੈ ਤੇ ਬਹੁਤ ਆਲਾ। ਮੈਨੂੰ ਥੋੜਾ ਨਿਜ਼ਾਰ ਕਬਾਨੀ ਯਾਦ ਆ ਗਿਆ, ਉਹ ਵੀ ਇਹੋ ਜਿਹੀ ਛੋਟੀ ਛੋਟੀ ਗੱਲਾਂ ਤੇ ਆਖਰ ਚ ਅੰਦਰ ਜਿਹੜਾ ਇੱਕ ਗਹਿਰਾ ਪੈਗਾਮ ਹੁੰਦਾ ਸੀ ਉਹ ਸੁਣਿਆ ਲੋਕਾਂ ਤੋਂ ਪਹੁੰਚ ਜਾਂਦਾ। ਇਹ ਵੀ ਪਹੁੰਚ ਗਿਆ ਮੇਰਾ ਖਿਆਲ ਹੈ ਜਿਹੜਾ ਤੁਸੀਂ ਸਮਝਾਉਣਾ ਚਾਹ ਰਹੇ। ਤੇ ਕੋਈ ਵੱਡਿਆਂ ਦੀ ਕੁਛ ਹੈ ਸਾਨੂੰ ਦੱਸੋ। ਦੇਖੋ ਵੈਸੇ ਤੇ ਅਸੀਂ ਜਿਸ ਲਾਹੌਰ ਵਿੱਚ ਰਹਿ ਰਹੇ ਹਾਂ, ਸ਼ਾਹ ਹੁਸੈਨ ਦਾ ਲਾਹੌਰ ਹੈ ਜੀ ਜੀ, ਤੇ ਸ਼ਾਹ ਹੁਸੈਨ ਦੀ ਮੈਨੂੰ ਬੋਲੀ ਦੇ ਹਵਾਲੇ ਨਾਲ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਜਾਵਾਂ ਤੁਹਾਡੇ ਨਾਲ ਕਿ ਮਾਏ ਨੀ ਮੈਂ ਭਈ ਦੀਵਾਨੀ, ਦੇਖ ਜਗਤ में शोर, देख जगत में शोर, देख जगत में शोर, माए नी मैं भई दीवानी, देख जगत में शोर, नंगे पैरी जांदड़े डिठे, जिनके लाख करोड़, नंगी प्यारी जांदरे डिठड़े डिठे डिठे, नंगे पैरी जांदरे डिठे, जिनके लाख करोड़,
माए नी मैं भई दीवानी देख जगत में शोर। मैं सारी नहीं सुना रहा ਵਿੱਚੋਂ सिर्फ ਇਹ ਤੁਹਾਨੂੰ 2-3 ਲਾਈਨਾਂ ਉਹਨਾਂ ਦੀਆਂ ਤੇ ਅਖੀਰਲੀ ਲਾਈਨ ਦਾ ਕਹਿੰਦਾ ਕਹੇ ਹੁਸੈਨ ਫਕੀਰ ਨੇ ਮਾਣਾ ਭਲੇ ਸਾਥੋਂ ਢੋਰ माए नी मैं भई दीवानी देख जगत में शोर। क्या बात, क्या बात है, क्या बात है। ਇਹ ਤੇ ਸ਼ਾਹ ਹੁਸੈਨ, ਮੁਹੰਮਦ ਬਖਸ਼ ਵਾਰਿਸ ਸ਼ਾਹ, ਅਸੀਂ ਤੇ ਸਲਾਮ ਕਰਨ ਜੋਗੇ ਵੀ ਨਹੀਂ ਉਹਨਾਂ ਨੂੰ, ਅਸੀਂ ਤੇ ਸਿਰ ਪਿੱਛੇ ਕਰਕੇ ਤੇ ਉਹਨਾਂ ਨਾਲ ਵੇਖਣ ਜੋਗੇ ਵੀ ਨਹੀਂ। ਉਹਨਾਂ ਦਾ ਅਹਿਸਾਨ ਹੈ, ਉਹਨਾਂ ਦਾ ਇੱਕ ਬਹੁਤ ਵੱਡਾ ਕਰਮ ਹੈ। ਤੁਸੀਂ ਪਰੇਸ਼ਾਨ ਨਾ ਹੋਵੋ, ਤੁਸੀਂ ਇੱਕ ਵਾਰੀ ਉਹਨਾਂ ਨੂੰ ਮੁੜ ਕੇ ਵੇਖੋ, ਉਹ ਤੁਹਾਨੂੰ ਪੂਰਾ ਥਾਪੜਾ ਦੇਣਗੇ। ਹਾਂਜੀ ਮੁਦੱਸਰ ਸਾਹਿਬ, ਕਿਨ ਅਲਫਾਜ਼ 'ਚ ਤੁਹਾਡਾ ਸ਼ੁਕਰੀਆ ਅਦਾ ਕੀਤਾ ਜਾਏ ਕਿ ਤੁਸੀਂ ਅੱਜ ਕੱਲ੍ਹ ਦੇ ਇੱਕ ਡਿਜੀਟਲ ਜ਼ਮਾਨੇ 'ਚ ਮਤਲਬ ਇੱਕ ਪੂਰੇ ਜ਼ਮਾਨੇ ਦੀ ਅਗੇਂਸਟ ਦਾ ਟਾਈਡ ਜਿਹੜਾ ਕਹਿੰਦੇ ਨੇ ਅੰਗਰੇਜ਼ੀ 'ਚ, ਤੁਸੀਂ ਪੰਜਾਬੀ ਜ਼ੁਬਾਨ ਦਾ ਬੇੜਾ ਚੁੱਕਿਆ ਹੈ ਤੇ ਉਹਨੂੰ ਲੈ ਕੇ ਫਿਰ ਰਹੇ ਹੋ ਤੇ ਤੁਸੀਂ ਬੜੇ ਮੁਸਤਕਬਲ ਬਾਰੇ ਪੁਰਉਮੀਦ ਹੋ, ਆਪਣੀ ਤੁਸੀਂ ਲੋ ਬਾਲੀ ਫਿਰ ਰਹੇ ਹੋ। ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ। ਜਵਾਬ ਨਹੀਂ, ਮੈਂ ਤੁਹਾਨੂੰ ਦੱਸਾਂ ਕਿ ਇਹ ਮੇਰੀ ਮਾਂ ਬੋਲੀ ਦਾ ਮੇਰੇ ਉੱਤੇ ਅਹਿਸਾਨ ਹੈਗਾ ਕਿ ਉਹ ਮੇਰੀ ਮਾਂ ਬੋਲੀ ਮੇਰੇ ਕੋਲ ਲਿਖਵਾਉਂਦੀ ਹੈਗੀ ਹੈ। ਮੈਂ ਤੇ ਕੱਖ ਜੋਗਾ ਨਹੀਂ ਹੈਗਾ, ਮੈਂ ਲਿਖਣ ਜੋਗਾ ਹੈ ਹੀ ਨਹੀਂ। ਇਹ ਮੇਰੀ ਮਾਂ ਬੋਲੀ ਦਾ ਕਰਮ ਹੈਗਾ ਮੇਰੇ ਉੱਤੇ ਕਿ ਮੈਂ ਜੋ ਲਿਖਣਾ ਉਹ ਮੇਰੇ ਕੋਲ ਲਿਖਵਾ ਲੈਂਦੀ। ਮੈਂ ਉਹਦੀ ਕੋਈ ਸੇਵਾ ਨਹੀਂ ਕਰ ਰਿਹਾ, ਕੁਛ ਨਹੀਂ ਕਰ ਰਿਹਾ, ਸਿਰਫ ਇੱਕ ਮੰਨਣ ਦਾ ਇਕਾਰ ਹੈਗਾ ਬਸ। ਵਧੀਆ ਦਿਨਾਂ ਦੀ ਉਮੀਦ ਦੇ ਨਾਲ ਅਸੀਂ ਤੁਹਾਨੂੰ ਸਲਾਮ ਕਰਾਂਗੇ। ਤੇ ਨਾਜ਼ਰੀਨ ਕਰਾਮ, ਤੁਸੀਂ ਵੇਖਿਆ ਕਿ ਦਿਲੋਂ ਜਦੋਂ ਆਵਾਜ਼ ਨਿਕਲੇ ਤੇ ਉਹ ਕਿੰਨੀ ਖੂਬਸੂਰਤ ਹੁੰਦੀ ਹੈ। ਕਿਤੇ ਉਹਨੇ ਰੰਗ ਹੁੰਦੇ ਨੇ ਤੇ ਸਾਡੇ ਪ੍ਰੋਗਰਾਮ ਦਾ ਨਾਮ ਵੀ ਜ਼ਿੰਦਗੀ ਕੇ ਰੰਗ ਹੈ। ਤੇ ਇਹ ਜ਼ਿੰਦਗੀ ਦਾ ਰੰਗ ਜਿਹੜਾ ਹੈ, ਇਹ ਵੀ ਕਦੇ ਦੇਖੋ, ਆਪਣੇ ਅੰਦਰ ਝਾਤੀ ਮਾਰੋ ਤੇ ਦੇਖੋ ਕਿ ਇਹ ਰੰਗ ਵੀ ਕਿੰਨਾ ਸੋਹਣਾ ਹੈ। ਅਗਲੀ ਵੀਡੀਓ ਤੇ ਇਜਾਜ਼ਤ ਦਿਓ। अस्सलाम वालेकुम।